ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ। ਏਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਜਪ ਆਦਿ ਸਚ ਜੁਗਾਦ ਸਚ ਹੈ ਵੀ ਸਚ ਨਾਨਕ ਹੋਸੀ ਵੀ ਸਚ। ਏਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਜਪ ਆਦਿ ਸਚ ਜੁਗਾਦ ਸਚ ਹੈ ਵੀ ਸਚ ਨਾਨਕ ਹੋਸੀ ਵੀ ਸਚ। ਏਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਜਪ ਆਦਿ ਸਚ ਜੁਗਾਦ ਸਚ ਹੈ ਵੀ ਸਚ ਨਾਨਕ ਹੋਸੀ ਵੀ ਸਚ। ਏਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਜਪ ਆਦਿ ਸਚ ਜੁਗਾਦ ਸਚ ਹੈ ਵੀ ਸਚ ਨਾਨਕ ਹੋਸੀ ਵੀ ਸਚ। ਏਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਜਪ ਆਦਿ ਸਚ ਜੁਗਾਦ ਸਚ ਹੈ ਵੀ ਸਚ ਨਾਨਕ ਹੋਸੀ ਵੀ ਸਚ। ਏਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਜਪ ਆਦਿ ਸਚ ਜੁਗਾਦ ਸਚ ਹੈ ਵੀ ਸਚ ਨਾਨਕ ਹੋਸੀ ਵੀ ਸਚ। ਏਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਜਪ ਆਦਿ ਸਚ ਜੁਗਾਦ ਸਚ ਹੈ ਵੀ ਸਚ ਨਾਨਕ ਹੋਸੀ ਵੀ ਸਚ। ਏਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਜਪ ਆਦਿ ਸਚ ਜੁਗਾਦ ਸਚ ਹੈ ਵੀ ਸਚ ਨਾਨਕ ਹੋਸੀ ਵੀ ਸਚ। ਏਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਜਪ ਆਦਿ ਸਚ ਜੁਗਾਦ ਸਚ ਹੈ ਵੀ ਸਚ ਨਾਨਕ ਹੋਸੀ ਵੀ ਸਚ। ਏਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦ। ਜਪ ਆਦਿ ਸਚ ਜੁਗਾਦ ਸਚ ਹੈ ਵੀ ਸਚ ਨਾਨਕ ਹੋਸੀ ਵੀ ਸਚ। ਏਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਜਪ ਆਦਿ ਸਚ ਜੁਗਾਦ ਸਚ ਹੈ ਵੀ ਸਚ ਨਾਨਕ ਹੋਸੀ ਵੀ ਸਚ। ਸਿਮਰੋ ਸਿਮਰ ਸਿਮਰ ਸੁਖ ਪਾਓ ਕਰ ਕਲੇਸ਼ ਤਨ ਮਾਹੇ ਮਟਾਓ। ਸਿਮਰੋ ਜਾਸ ਬਸੰਬਰੇ ਕੇ ਨਾਮ ਜਪਤ ਅਗਣਤ ਅਨੇਕੇ। वेद प्राण सिमरत सुधाखर कीने राम नाम एक आखर। किनका एक जिस जीव सावे तांकी महिमा गणी नहावे। कांखी एक दरस्त हारो नानक उन संग मोहे उधारो। एक किनका एक निमख मात्र दर्शन उनके करोड़ा आधार कर दी। कांखी एक दरस्त हारो
नानक संग उधारम। पढ़े सिमरो सिमरन। सिमरो सिमर सिमर सुख पावो, कल कलेस तन माहे मिटा। सुख पावो परमात्मा नू सिमर के। सिमर सिमर सुख पावो। पढ़ो सारे। सिमर सिमर पावो, सिमरो सिमर सिमर सुख पावो। सिमर सिमर सुख पावो, सिमर 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 सुख पावो। सिमर सुख पावो, सिमरो सिमर सिमर सारे जपो। सिमर सिमर सुख पावो, सिमरो सिमर सिमर सुख पावो। सिमर सिमर सुख पावो, सिमरो सिमर सिमर सुख पावो। सिमर सिमर सुख पावो, सिमरो सिमर सिमर सुख पावो। सिमर सुख पावो, सिमरो सिमर सिमर सुख पावो। सिमर सिमर सुख पावो, सिमरो सिमर सिमर सुख पावो। काल कलेश तन माहे मटा, काल कलेश तन माहे मिटावो। कलेश तन माहे मिटावो, कल कलेश तन माहे मिटावो। जी सिमरो सिमर सिमर सुख पावो, सिमर 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 सुख पावो। सिमर सिमर सुख पावो, सिमरो सिमर सिमर सुख पावो। सिमर सुख पावो, सिमरो सिमर सिमर सुख पावो। सिमर सिमर सुख पावो, सिमरो सिमर सिमर सुख पावो। जी सिमर सिमर सुख पावो, सिमरो सिमरो सिमर सिमर सुख पावो। सिमर सिमर सुख पावो, सिमरो सिमर सिमर सुख पावो। सिमर सिमर सुख पावो, सिमरो सिमर सिमर सुख पावो। सारे जपो। सिमर सिमर सुख पावो, सिमरो सिमर सिमर सुख पावो। काल कलेश तन माहे मिटावो, काल कलेश तन माहे मिटावो। कल कलेश तन माहे मिटावो, कल कलेश तन माहे मिटावो। सिमरो सिमर सिमर सुख पावो, सिमरो सिमर सिमर सुख पावो। सिमर सिमर सुख पावो, सिमरो सिमर सिमर सुख पावो। सिमर सुख पावो, सिमरो सिमर सिमर सुख पावो। सिमर सिमर सुख पावो, सिमरो सिमर सिमर सुख पावो। सिमर सिमर के जे सुख लेना जी। ना दुनिया नू वेख के सुख है, ना खा पी के सुख है। बंदा सुख भालदा है। सुख लेना जी ते रब नू सिमर के सुख लवो। एवें सुख नहीं मिलता। जेड़ा कलेश है ये तन दे विच खत्म करो, अंदरे अंदर खत्म करो। ਜਿਹੜੀ चीज अंदरे अंदर खत्म हो जाएगी उनका नुकसान नहीं। बीमारी अंदरे अंदर खत्म हो जाए कोई नुकसान नहीं। कोई चीज ये परमात्मा नू सिमर के याद करके याद कर, परमात्मा नू गुरु नू चेते कर। जे सुख लेना ही सुख नाही बहुता धन खाटे।
ਸੁਖ ਨਾਹੀ ਪੇਖੇ ਨਿਰਤ ਨਾਟੇ। ਕਿਸੇ ਵੀ ਤਰੀਕੇ ਸੁਖ ਨਹੀਂ ਗਾ। ਨਾ ਬਹੁਤਾ ਧਨ ਖੱਟਣ ਨਾਲ, ਨਾ ਬਹੁਤੇ ਨਾਚ ਗਾਣੇ ਵੇਖਣ ਨਾਲ। ਅੱਗੇ ਸਿਮਰੋ। ਸਿਮਰੋ ਜਸ ਬਿਸਮ ਭਰਿ ਏਕੈ, ਨਾਮ ਜਪਤ ਅਗਨਤ ਅਨੇਕੈ। ਉਹਨੂੰ ਸਿਮਰ ਜਿਹੜਾ ਝੋਲੀਆਂ ਭਰਦਾ ਹੈ, ਜਿਹੜਾ ਸਭ ਸੰਸਾਰ ਨੂੰ ਦਾਤਾਂ ਦਿੰਦਾ ਹੈ, ਉਸ ਨੂੰ ਸਿਮਰ। ਜਿਹੜਾ ਸਾਰੇ ਸੰਸਾਰ ਨੂੰ ਦਾਤਾਂ ਵੰਡਦਾ ਹੈ, ਜਿਹਨੇ ਸਾਰਿਆਂ ਨੂੰ ਦਾਨ ਦਿੱਤਾ, ਉਸ ਨੂੰ ਚੇਤੇ ਕਰ। ਇਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਸਰਜਪੁ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ। ਆਦ ਸਚ ਜੁਗਾਦ ਸਚ ਹੈ ਵੀ ਸਚ, ਨਾਨਕ ਹੋਸੀ ਵੀ ਸਚ। ਇਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ। ਆਦ ਸਚ ਜੁਗਾਦ ਸਚ ਹੈ ਵੀ ਸਚ, ਨਾਨਕ ਹੋਸੀ ਵੀ ਸਚ। ਇਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ। ਆਦ ਸਚ ਜੁਗਾਦ ਸਚ ਹੈ ਵੀ ਸਚ, ਨਾਨਕ ਹੋਸੀ ਵੀ ਸਚ। ਇਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ। ਆਦ ਸਚ ਜੁਗਾਦ ਸਚ ਹੈ ਵੀ ਸਚ, ਨਾਨਕ ਹੋਸੀ ਵੀ ਸਚ। ਇਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ। ਆਦ ਸਚ ਜੁਗਾਦ ਸਚ ਹੈ ਵੀ ਸਚ, ਨਾਨਕ ਹੋਸੀ ਵੀ ਸਚ। ਇਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ। ਆਦ ਸਚ ਜੁਗਾਦ ਸਚ ਹੈ ਵੀ ਸਚ, ਨਾਨਕ ਹੋਸੀ ਵੀ ਸਚ। ਇਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ। ਆਦ ਸਚ ਜੁਗਾਦ ਸਚ ਹੈ ਵੀ ਸਚ, ਨਾਨਕ ਹੋਸੀ ਵੀ ਸਚ। ਇਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ। ਆਦ ਸਚ ਜੁਗਾਦ ਸਚ ਹੈ ਵੀ ਸਚ, ਨਾਨਕ ਹੋਸੀ ਵੀ ਸਚ। ਸਿਮਰੋ ਜਸ ਬਸੰਬਰ ਏਕੇ, ਨਾਮ ਜਪਤ ਅਗਣਤ ਅਨੇਕੇ। ਵੇਦ ਪੁਰਾਨ ਸਿਮਰਤ ਸੋਦਾਖਰ, ਕੀਨੇ ਰਾਮ ਨਾਮ ਇਕ ਅੱਖਰ। ਕਹਿੰਦੇ ਹੁੰਦੇ ਨਾਮ ਦੀ ਵਡਿਆਈ ਦੇਖ। ਤੂੰ ਕਿੰਨੇ ਗ੍ਰੰਥ ਦੇਖਦਾ ਹੈ, ਕਿੰਨੀਆਂ ਪੋਥੀਆਂ, ਕਿੰਨੇ ਧਰਮ ਨੇ, ਇਹ ਸਾਰੇ ਪਰਮੇਸ਼ਰ ਦੇ ਇੱਕ ਨਾਮ ਨੇ ਪੈਦਾ ਕੀਤੇ, ਇੱਕ ਨਾਮ ਨੇ ਪੈਦਾ ਕੀਤੇ। ਕਹਿੰਦੇ ਇੱਕ ਵਾਰੀ ਸਾਰੇ ਮੁਸਲਮਾਨ ਮੌਲਵੀ ਕਾਜੀ ਸਾਰੇ ਪੰਡਤ ਕਬੀਰ ਤੋਂ ਬੜੇ ਦੁਖੀ ਹੋ ਗਏ। ਦੁਖੀ ਇਸ ਕਰਕੇ ਹੋਏ, ਕਬੀਰ ਦੇ ਨਾਲ ਸੰਗਤ ਬਹੁਤ ਜੁੜਦੀ,
ਬਹੁਤ ਨਾਮ ਜਪਦੀ। ਕਬੀਰ ਕੁਝ ਪੜ੍ਹਿਆ ਵੀ ਨਹੀਂ, ਕਬੀਰ ਦਾ ਕੋਈ ਧਰਮ ਵੀ ਨਹੀਂ ਕਿ ਹਿੰਦੂ ਹੈ ਕਿ ਮੁਸਲਮਾਨ ਹੈ। ਜਨਮ ਮੁਸਲਮਾਨਾਂ ਦੇ ਕਰਦਾ ਹੈ, ਜਪਦਾ ਰਾਮ ਨਾਮ ਹੈ। ਸਾਰੇ ਇਹਦੇ ਤੇ ਤੰਗ ਹੋ ਗਏ ਵੀ ਨਾ ਤਾਂ ਮੁਸਲਮਾਨ ਹੈ ਨਾ ਹਿੰਦੂ ਹੈ, ਤੇ ਲੋਕ ਇਹਨੂੰ ਬਹੁਤ ਮੰਨਦੇ ਆ। ਦੁੱਖ ਹੈ ਵੀ ਲੋਕ ਕਿਉਂ ਕਬੀਰ ਨੂੰ ਮੰਨਦੇ ਆ। ਇਹ ਪੂਜਾ ਚੜਾਵਾ ਸਾਨੂੰ ਦੇਣ। ਮੌਲਵੀ ਕਾਜੀ ਕਹਿੰਦੇ ਸਾਨੂੰ ਮਿਲੇ, ਹਿੰਦੂ ਕਹਿੰਦੇ, ਹਿੰਦੂਆਂ ਦਾ ਪੰਡਤ ਕਹਿੰਦੇ ਸਾਨੂੰ ਮਿਲੇ। ਸਾਰੇ ਜਪੋ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤੀ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦਿ ਸਚ ਜੁਗਾਦ ਸਚ ਹੈ ਵੀ ਸਚ ਨਾਨਕ ਹੋਸੀ ਭੀ ਸਚ। ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦਿ ਸਚ ਜੁਗਾਦ ਸਚ ਹੈ ਵੀ ਸਚ ਨਾਨਕ ਹੋਸੀ ਭੀ ਸਚ। ਇਕ ਓੰਕਾਰ ਸਤਨਾਮ ਕਰਤਾ। ਸਾਰੇ ਚੱਲ, ਤੇਰੀ ਕੋਈ ਕੁੱਲ ਉੱਚੀ ਥੋੜਾ ਹੈ। ਕਬੀਰ ਕਹਿੰਦਾ ਮੈਂ ਮੰਤਰ ਲੈਣਾ ਹੈ ਗੁਰੂ ਤੋਂ, ਗੁਰੂ ਦੇ ਮੁਖ ਵਿੱਚੋਂ ਮਿਲਿਆ ਹੋਇਆ ਸੁਖਦਾਈ ਹੁੰਦਾ ਹੈ। ਜਪੋ ਵਾਹਿਗੁਰੂ, ਸਾਰੇ ਜਪੋ ਵਾਹਿਗੁਰੂ 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 ਵਾਹਿ, ਸਾਰੇ ਜਪੋ ਵਾਹਿਗੁਰੂ 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 ਜਪ ਲੋ ਵਾਹਿਗੁਰੂ 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 ਸਾਰੇ ਜਪੋ ਵਾਹਿਗੁਰੂ 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 ਸਾਰੇ ਜਪੋ ਵਾਹਿਗੁਰੂ 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 ਵਾਹਿਗੁਰੂ। ਕਬੀਰ ਨਾਮ ਲੈਣ ਵਾਸਤੇ ਕੋਈ ਗੁਰੂ ਰਾਮਾਨੰਦ ਜੀ ਵੀ ਉੱਚੀ ਜਾਤ ਵਾਲਿਆਂ ਨੂੰ ਮੰਤਰ ਦਿੰਦੇ ਆ, ਪਰ ਹੈਗੇ ਬ੍ਰਹਮ ਗਿਆਨੀ ਨੇ ਮਹਾਂਪੁਰਸ਼। ਉਸ ਸਮੇਂ ਦੀ ਮਰਜ਼ਾਦਾ ਹੀ ਇਹੋ ਸੀ। ਕਬੀਰ ਜਿਸ ਰਸਤੇ ਗੰਗਾ ਰੋਜ਼ ਇਸ਼ਨਾਨ ਕਰਨ ਜਾਂਦੇ ਸੀ ਰਾਮਾਨੰਦ ਜੀ, ਰਾਤ ਨੂੰ 1-1:30 ਵਜੇ ਹੋਏ ਬਰਖਤ ਬਨਾਰਸੀ ਪੜ੍ਹਿਓ ਰਹਿੰਦਾ ਰਾਮਾਨੰਦ ਗੁਸਾਈ। ਬਰਖਤ ਮਹਾਂਪੁਰਸ਼ ਬਨਾਰਸ ਵਿੱਚ ਰਹਿੰਦੇ ਸੀ। ਪੜ੍ਹਿਓ ਹੋਏ ਬਰਖਤ ਹੋਏ ਬਰਖਤ ਬਨਾਰਸੀ ਰਹਿੰਦਾ ਰਾਮਾਨੰਦ ਗੁਸਾਈ। ਬੜੇ ਬਰਖਤ ਮਹਾਂਪੁਰਸ਼ ਬਨਾਰਸ ਵਿੱਚ ਰਹਿੰਦੇ ਆ, ਰਾਮਾਨੰਦ ਜੀ ਗੁਸਾਈ। ਅੰਮ੍ਰਿਤ ਵੇਲੇ ਉੱਠ ਕੇ ਜਾਂਦਾ ਗੰਗਾ ਨਾਵਨ ਤਾਈ। ਅੰਮ੍ਰਿਤ ਵੇਲੇ ਉੱਠ ਕੇ ਗੰਗਾ ਤੇ ਇਸ਼ਨਾਨ ਕਰਨ ਜਾਂਦੇ ਆ। ਬੜੇ ਬਰਖਤ ਮਹਾਂਪੁਰਸ਼ ਨੇ। ਦੇਖੋ ਇਹ ਮਹਾਂਪੁਰਸ਼ਾਂ ਦਾ ਕਰਮ ਹੁੰਦਾ ਹੈ। ਕਈ ਮੀਲ ਦੂਰ ਗੰਗਾ ਹੈ, ਜਿੱਥੇ ਜਾ ਕੇ ਇਸ਼ਨਾਨ ਕਰਕੇ ਫਿਰ ਆਣ ਕੇ ਆਪਦੀ ਭਗਤੀ ਕਰਦੇ ਆ। ਰਾਹ ਵਿੱਚ ਰਾਮ ਰਾਮ ਜਪਦੇ ਜਾਂਦੇ ਆ। ਹਰ ਕਦਮ ਦੇ ਨਾਲ ਰਾਮ 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 ਰਾਮ।
ਦੂਰ ਜਾਂਦੇ ਨੇ ਅੱਧੀ ਰਾਤ 1 ਵਜੇ ਚੱਲ ਕੇ, ਇਸ਼ਨਾਨ ਕਰਦੇ ਆ, ਭਾਵੇਂ ਹੋਵੇ ਸਿਆਲ ਗਰਮੀ ਬਰਸਾਤ ਕੁਝ ਵੀ, ਜ਼ਰੂਰ ਜਾਂਦੇ ਨੇ, ਕੋਈ ਸਾਧਨ ਨਹੀਂ ਨੇੜੇ ਦੇ। ਅੰਮ੍ਰਿਤ ਵੇਲੇ ਉੱਠ ਕੇ ਜਾਂਦੇ ਆ, ਪੜ੍ਹ ਲਓ, ਅੰਮ੍ਰਿਤ ਵੇਲੇ ਉੱਠ ਕੇ ਜਾਂਦਾ ਗੰਗਾ ਨਾਮ। ਅੰਮ੍ਰਿਤ ਵੇਲੇ ਉੱਠ ਕੇ ਜਾਂਦਾ, ਗੰਗਾ ਨਾਵਣ ਤਾਈ। ਅੰਮ੍ਰਿਤ ਵੇਲੇ ਉੱਠ ਕੇ ਜਾਂਦਾ, ਗੰਗਾ ਨਾਵਣ ਤਾਈ। ਹੋ ਰਹਿੰਦਾ ਰਾਮਾਨੰਦ ਗੁਸਾਈ, ਗੰਗਾ ਨਾਮ ਗੁਸਾਈ ਰਹਿੰਦਾ। ਰਾਮਾਨੰਦ ਗੁਸਾਈ ਹੋ ਜਾਂਦਾ, ਗੰਗਾ ਨਾਵਣ। ਅੰਮ੍ਰਿਤ ਵੇਲੇ ਉੱਠ ਕੇ ਜਾਂਦਾ, ਗੰਗਾ ਨਾਵਣ ਤਾਈ। ਅੰਮ੍ਰਿਤ ਵੇਲੇ ਉੱਠ ਕੇ ਜਾਂਦਾ, ਗੰਗਾ ਨਾਵਣ ਤਾਈ। ਰਹਿੰਦਾ ਰਾਮਾਨੰਦ ਗੁਸਾਈ ਹੋ ਜਾਂਦਾ, ਗੰਗਾ ਨਾਵਣ। ਰਹਿੰਦਾ ਰਾਮਾਨੰਦ ਗੁਸਾਈ ਹੋ ਜਾਂਦਾ, ਗੰਗਾ ਨਾਵਣ ਤਾਈ। ਜੀ ਅੰਮ੍ਰਿਤ ਵੇਲੇ ਉੱਠ ਕੇ ਜਾਂਦਾ, ਗੰਗਾ ਨਾਵਣ ਤਾਈ। ਅੰਮ੍ਰਿਤ ਵੇਲੇ ਉੱਠ ਕੇ ਜਾਂਦਾ, ਗੰਗਾ ਨਾਵਣ ਤਾਈ। ਰਹਿੰਦਾ ਰਾਮਾਨੰਦ ਗੁਸਾਈ ਹੋ ਜਾਂਦਾ, ਗੰਗਾ ਨਾਵਣ। ਰਹਿੰਦਾ ਰਾਮਾਨੰਦ ਗੁਸਾਈ ਹੋ ਜਾਂਦਾ, ਗੰਗਾ ਨਾਵਣ ਤਾਈ। ਅੰਮ੍ਰਿਤ ਵੇਲੇ ਉੱਠ ਕੇ ਜਾਂਦਾ, ਗੰਗਾ ਨਾਵਣ ਤਾਈ। ਅੰਮ੍ਰਿਤ ਵੇਲੇ ਉੱਠ ਕੇ ਜਾਂਦਾ, ਗੰਗਾ ਨਾਵਣ ਤਾਈ। ਰਹਿੰਦਾ ਰਾਮਾਨੰਦ ਗੁਸਾਈ ਹੋ ਜਾਂਦਾ, ਗੰਗਾ ਨਾਵਣ ਤਾਈ। ਰਹਿੰਦਾ ਰਾਮਾਨੰਦ ਗੁਸਾਈ ਜਾਂਦਾ, ਗੰਗਾ ਨਾਵਣ ਤਾਈ। ਅੰਮ੍ਰਿਤ ਵੇਲੇ ਉੱਠ ਕੇ ਜਾਂਦਾ, ਗੰਗਾ ਨਾਵਣ ਤਾਈ। ਅੰਮ੍ਰਿਤ ਵੇਲੇ ਉੱਠ ਕੇ ਜਾਂਦਾ, ਗੰਗਾ ਨਾਵਣ ਤਾਈ। ਰਹਿੰਦਾ ਰਾਮਾਨੰਦ ਗੁਸਾਈ ਜਾਂਦਾ, ਗੰਗਾ ਨਾਵਣ ਤਾਈ। ਰਹਿੰਦਾ ਰਾਮਾਨੰਦ ਗੁਸਾਈ। ਗੰਗਾ ਨਾਵਣ ਤਾਈ। ਅੰਮ੍ਰਿਤ ਵੇਲੇ ਉੱਠ ਕੇ ਜਾਂਦਾ, ਗੰਗਾ ਨਾਵਣ ਤਾਈ। ਅੰਮ੍ਰਿਤ ਵੇਲੇ ਉੱਠ ਕੇ ਜਾਂਦਾ, ਗੰਗਾ ਨਾਵਣ ਤਾਈ। ਅੰਮ੍ਰਿਤ ਵੇਲੇ ਇਹ ਆ ਮਹਾਂਪੁਰਸ਼ਾਂ ਦੇ ਕਰਮ, ਪਾਪੀਆਂ ਦੇ ਕਰਮ ਪਾਪਾਂ ਵਾਲੇ। ਦੁਨੀਆ ਦੇ ਪਾਪ ਨੇ ਕਈ ਪ੍ਰਕਾਰ ਦੇ, ਇਥੋਂ ਤੱਕ ਸ਼ਾਸਤਰਾਂ ਨੇ ਗਿਣਿਆ ਹੈ ਕਿ ਮਾੜਾ ਵੇਖਣਾ ਵੀ ਪਾਪ ਇੱਕ, ਤੇ ਮਾੜਾ ਸੋਚਣਾ ਵੀ ਇੱਕ ਪਾਪ ਹੈ, ਮਾੜਾ ਸਪਰਸ਼ ਕਰਨਾ ਵੀ ਇੱਕ ਪਾਪ ਹੈ, ਮਾੜੀ ਗੱਲ ਕਰਨੀ ਮੂੰਹੋਂ ਵੀ ਇੱਕ ਪਾਪ ਹੈ, ਮੰਦੀਆਂ ਗੱਲਾਂ ਕੰਨਾਂ ਨਾਲ ਸੁਣਨੀਆਂ ਵੀ ਪਾਪ ਹੈ। ਬੰਦਾ ਕਰੇ ਬਚੇਗਾ ਕਿੱਥੋਂ? ਕਿ ਜੇ ਤੂੰ ਅੱਖਾਂ ਰਾਹੀਂ ਮਾੜਾ ਦੇਖਦਾ ਹੈ ਇੱਕ ਪਾਪ, ਦੂਜਾ ਪਾਪ ਹੈ ਤੂੰ ਦਿਮਾਗ ਨਾਲ ਸੋਚ ਰਿਹਾ ਹੈ ਕੋਈ ਗੰਦੀ ਵਿਚਾਰ, ਇਹ ਦੂਜਾ ਪਾਪ ਹੈ। ਤੀਜਾ ਪਾਪ ਹੈ ਤੂੰ ਕੰਨਾਂ ਨਾਲ ਸੁਣ ਰਿਹਾ ਹੈ, ਗੰਦੇ ਬੋਲ ਕੰਨਾਂ ਨਾਲ ਸੁਣਦਾ ਹੈ, ਇਹ ਵੀ ਪਾਪ ਹੈ। ਮੂੰਹ ਰਾਹੀਂ ਬੋਲਦਾ ਹੈ, ਇਹ ਵੀ ਪਾਪ ਹੈ। ਸਪਰਸ਼ ਕਰਦਾ ਹੈ, ਉਹ ਵੀ ਪਾਪ ਹੈ। ਪੈਰਾਂ ਦੇ ਨਾਲ ਚੱਲ ਕੇ ਜਾਣਾ ਹੈ, ਉਨੀ ਮੰਦੇ ਪੈਰ ਨਾ ਰੱਖਿਓ, ਕਰ ਸੁਕਿਰਤ ਧਰਮ ਕਮਾਇਆ। ਕਿ ਜਦੋਂ ਪੈਰ ਪੱਟਿਆ ਪਤਾ ਲੱਗਿਆ ਇਹ ਤਾਂ ਮਾੜੇ ਪਾਸੇ ਨੂੰ ਮੈਂ ਤਾਂ ਕਦਮ ਪੱਟ ਲਿਆ,
ਕਹਿੰਦੇ ਫਿਰ ਉਹਨਾਂ ਪੈਰ ਨਹੀਂ ਪੱਟਿਆ ਉਧਰ ਵੀ ਇਹ ਤਾਂ ਮਾੜੇ ਪਾਸੇ ਆ, ਇਸ ਕਦਮ ਦਾ ਪਾਪ ਬੜਾ ਲੱਗੇਗਾ। ਜੇ ਇੰਨੇ ਅਸਮੇਹ ਜੱਗ ਦਾ ਫਲ ਲੱਗਦਾ ਏ ਇੱਕ ਕਦਮ ਗੁਰੂਆਂ ਵੱਲ ਧਰੇ ਦੇ, ਤੇ ਇੰਨੇ ਪਾਪਾਂ ਦਾ ਇੰਨੇ ਪਾਪ ਵੀ ਲੱਗਣੇ। ਤੇ ਮਨੁੱਖ ਕੀ ਕਰਦਾ ਹੈ, ਕਿੰਨੇ ਕੁ ਪਾਪ ਚੱਕਦਾ ਸਿਰ ਤੇ। ਇਹਦੀਆਂ ਧਰਮ ਦੀਆਂ ਕਿਆਰੀਆਂ ਸੜ ਜਾਂਦੀਆਂ ਨੇ। ਇਹਨੇ ਪਾਠ ਕੀਤਾ ਹੈ, ਸਿਮਰਨ ਕੀਤਾ ਹੈ, ਰਹਿਣ ਸਬਾਈ 'ਚ ਬੈਠਾ ਹੈ, ਰੌਲਾ ਲਾਈਆਂ ਨੇ, ਤੇ ਜੇ ਇਹਨੇ ਮਾੜਾ ਵੇਖ ਲਿਆ ਕਹਿੰਦੇ ਉਹ ਸੜ ਗਿਆ। ਗੁਰੂ ਸਾਹਿਬ ਨੇ ਪਹਿਲੇ ਹੀ ਸ਼ਲੋਕ ਵਿੱਚ ਇਸ ਮਤ ਬਖਸ਼ੀ, ਆਸਾ ਦੀ ਵਾਰ ਦੇ ਪਹਿਲੇ ਹੀ ਸ਼ਲੋਕ ਵਿੱਚ, ਨਾਨਕ ਗੁਰੂ ਨਾ ਚੇਤਨੀ ਪੜ੍ਹਿਆ। ਨਾਨਕ ਗੁਰੂ ਨਾ ਚੇਤਨੀ ਮਨ ਆਪਣੇ ਸਿਉਚੇ, ਛੁੱਟੇ ਤਿਲ ਬਵੜ ਜਿਉ ਸੁੰਝੇ ਅੰਦਰ ਖੇਤ। ਖੇਤੇ ਅੰਦਰ ਛੁੱਟਿਆ ਕਹੋ ਨਾਨਕ ਸੋਨਾ, ਫਲੀਏ ਫੁਲੀਏ ਬਪੁੜੇ ਪੀਤਨ ਵਿੱਚ ਸੁਆ। ਨਾਨਕ ਗੁਰੂ ਨ ਚੇਤਨੀ ਮਨ ਆਪਣੇ ਸਿਉਚੇ। ਕਹਿੰਦੇ ਅੰਦਰ ਗੁਰੂ ਨੂੰ ਚੇਤੇ ਨਹੀਂ ਕਰਦਾ, ਬਾਹਰੋਂ ਬੜਾ ਸੁਚੇਤ ਤੁਰਿਆ ਫਿਰਦਾ ਹੈ ਵੀ ਮੇਰੇ ਚੋਲਾ ਪਾਇਆ, ਮੇਰੇ ਪੱਗ ਬੰਨੀ, ਮੈਂ ਪੰਡਤ ਹਾਂ, ਮੈਂ ਸੰਤ ਹਾਂ, ਮੈਂ ਪੁਜਾਰੀ ਹਾਂ, ਮੈਂ ਗੁਰਦੁਆਰੇ ਦਾ ਮੰਦਰ ਦਾ ਪ੍ਰਧਾਨ ਹਾਂ, ਪਰ ਅੰਦਰ ਨਹੀਂ ਗੁਰੂ ਨੂੰ ਚੇਤੇ ਕਰਦਾ, ਅੰਦਰ ਮਾੜੀ ਗੱਲ ਸੋਚਦਾ ਹੈ। ਕਹਿੰਦੇ ਬੜਾ ਸੁਚੇਤ ਹੈ, ਬਾਹਰੋਂ ਸਭ ਕੁਝ ਕਰਦਾ ਪਿਆ, ਅੰਦਰੋਂ ਖੋਟੇ ਵਿਚਾਰ ਹੈ। ਫਿਰ ਹੋਏਗਾ ਕੀ ਅੱਗੇ? ਛੁੱਟੇ ਤਿਲ ਬਵੜ ਜਿਉ ਸੁੰਝੇ ਅੰਦਰ ਖੇਤ। ਤਿਲ ਬੀਜੇ ਹੁੰਦੇ ਜ਼ਿਮੀਦਾਰ ਨੇ, ਉਹ ਫਿਰ ਵੱਢਦਾ ਹੈ। ਉਹ ਜਿਹੜੇ ਤਿਲ ਸੜ ਗਏ ਸੀ ਨਾ, ਵਿੱਚ ਹੋਏ ਸੀ, ਤੇ ਉਹਨਾਂ ਦੇ ਬੀਜ ਵਿੱਚ ਹੀ ਖਰਾਬ ਹੋ ਗਏ, ਸੜ ਗਏ, ਸੁੱਕ ਗਏ, ਉਹਨਾਂ ਨੂੰ ਉਹ ਛੱਡ ਦਿੰਦਾ ਹੈ, ਦੂਜਿਆਂ ਨੂੰ ਵੱਢ ਲੈਂਦਾ ਜਿਹੜੇ ਬੀਜ ਵਾਲੇ ਆ। ਕਹਿੰਦੇ ਫਿਰ ਇਹ ਹਾਲ ਹੋਏਗਾ ਤੇਰਾ ਜਦੋਂ ਤੇਰੀ ਫਸਲ ਦੀ ਕੀਮਤ ਪਈ ਤੇ ਤੂੰ ਖੋਟਿਆਂ ਵਿੱਚ ਜਾਣਾ ਹੈ। ਬੜਾ ਤੂੰ ਸੁਚੇਤ ਹੈ, ਅੰਦਰੋਂ ਤੂੰ ਸੜਿਆ ਪਿਆ ਹੈ, ਅੰਦਰੋਂ ਪਾਪ ਨਹੀਂ। ਗੁਰੂ ਨਾ ਚੇਤਨੀ ਮਨ ਆਪਣੀ, ਉੱਤੋਂ ਤੇਰਾ ਦਿਖਾਵਾ ਹੈ, ਅੰਦਰੋਂ ਤੇਰੀ ਖੋਟ ਹੈ। ਇਹ ਉਹਨਾਂ ਤਿਲਾਂ ਵਾਂਗੂ ਤੈਨੂੰ ਉਸ ਸਮੇਂ ਛੱਡ ਦਿੱਤਾ ਜਾਏਗਾ। ਹਾਂਜੀ, ਖੇਤੇ ਅੰਦਰ ਛੁੱਟਿਆ ਕਹੋ ਨਾਨਕ ਸੋਨਾ। ਬਸ ਇਹੀ ਹਾਲ ਹੁੰਦਾ ਏ, ਖੇਤ ਦੇ ਵਿੱਚ ਉਹਨੂੰ ਉੱਥੇ ਹੀ ਛੱਡਿਆ ਗਿਆ ਹੈ, ਉੱਥੇ ਹੀ ਉਹ ਰਹਿ ਗਿਆ। ਅੱਗੇ ਫਲੀਏ ਫੁਲੀਏ ਬਪੜੇ ਪੀਤਨ ਵਿੱਚ ਸੁਆ। ਨਾਲ ਹੀ ਪਲਦਾ ਰਿਹਾ ਹੈ, ਬੜਾ ਸੋਹਣਾ ਫੁੱਟਿਆ ਸੀ, ਬੜਾ ਸੋਹਣਾ ਪਲਿਆ ਸੀ, ਬੜੇ ਸੋਹਣੇ ਇਹਨੂੰ ਬੀ ਲਾਏ ਸੀ, ਪਰ ਇਹਦੇ ਗੰਦ ਨੇ ਇਹੋ ਜਿਹੀ ਮਾਰ ਮਾਰੀ ਕਿ ਇਹਦੇ ਫਲ ਨੂੰ ਸਾੜ ਕੇ ਰੱਖਤਾ। ਫਿਰ ਇਹਦੀ ਕੀਮਤ ਨਾ ਪਈ, ਇਹ ਉੱਥੇ ਹੀ ਰੁਲਦਾ ਰਿਹਾ, ਉੱਥੇ ਹੀ ਧੱਕੇ ਖਾਂਦਾ ਰਿਹਾ। ਉਹਨੀ ਮੰਦੇ ਪੈਰ ਨਾ ਰੱਖਿਓ। ਗੁਰੂ ਸਾਹਿਬ ਕਹਿੰਦੇ ਇਸ ਪਾਪ ਤੋਂ ਬਚ ਕਿ ਤੂੰ ਸੋਚ ਨਾਲ ਪਾਪ ਕਰਦਾ ਹੈ, ਤੂੰ ਅੱਖਾਂ ਦੇ ਨਾਲ ਪਾਪ ਕਰਨਾ ਹੈ, ਨੱਕ ਮੂੰਹ ਕੰਨ ਕਿਸੇ ਵੀ ਥਾਂ ਅੰਗ ਤੇਰਾ ਗਲਤ ਪਾਸੇ ਜਾਂਦਾ ਹੈ, ਇਹ ਇੱਕੋ ਬਰਾਬਰ ਪਾਪ ਗਿਣੇ ਗਏ ਨੇ, ਇੱਕੋ ਬਰਾਬਰ ਪਾਪ। ਅਸ਼ਟਮ 8 ਪਾਪ ਦੱਸੇ ਗਏ ਗੁਰਬਾਣੀ 'ਚ।
एक पाप है जिहड़ा सीधा करदा है, एक पाप वो है जिहड़ा अखां नाल गंदियां तस्वीरां देख रहे हैं, एक पाप वो है जिहड़ी कन्नां नाल गंदे बोल सुन रहा है, गीत है कुछ भी गल्लां नहीं। एक पाप है जिहड़ा तू सोच रहा है, एक पाप है स्पर्श कर रहे हैं, अठवां पाप है जिहड़ा संसार करदा है सारा। कहंदे पहले भी 7 पाप ने। प्रथमे त्रेयां की बातें करनी, दूजे सुन मन में धरनी, तीजे 30 एकांत मिल बैसन, चौथे होवत अंग स्पर्शन, पंचम हितकार देखे 30 को छठे छलिंगन करे ही स्यों, सप्तम मन में चितवन नारी, अष्टम भोग करन बिद सारी। कहंदे 8 तरह दे पाप ने ऐ बंदिया, इन्हां तो बच। जे तू सिमरन करना है, भगती करनी है, ते ओही स्वरूप बना अंदर बाहर दा। जे तू पाप करने है ते पाप वाले थां ते जा, फिर तू पाप वाले कर्म कर। सब तो वड्डी दगेबाजी ना कर कि उपरों तेरा स्वरूप होर होवे, अंदरों तेरा कुछ होर होवे। ये पाप बहुत वड्डा है। कहंदे ने पाप उतर जांदे ने कीते होए। एक तरह दे पाप जिहड़े उतरदे नहीं, वो पाप किहड़े आ? आकड़ियो बज्जर पाप ना उतरी। कहंदे ने एक तरह दे पाप जिहड़े उतरदे नहीं। महापुरुषां ने, बाबा कुंदन सिंह जी महाराज ने बचन किया, एक छोटे जे मुंडे नूं लैके बाबा जी ने पालिया। सब तो पहला बिहंगम सी बाबा कुंदन सिंह जी का। उनका नाम ਵੱਡਾ ਤਾਂ ਹੋਰ ਸੀ, ਛੋਟਾ ਨਾਮ ਪੱਪੂ ਸੀ। ਉਦੋਂ ਬਾਬਾ ਕੁੰਦਨ ਸਿੰਘ ਜੀ ਮਹਾਰਾਜ ਏਡੇ ਕੋ ਕਮਰੇ 'ਚ ਰਹਿੰਦੇ ਸੀ ਜਿੱਡਾ ਕੋਈ ਸੱਚਖੰਡ ਨਹੀਂ, ਉਹ ਵੀ ਨੀਵੀਂ ਛੱਤ ਵਾਲਾ ਕੱਚਾ ਕਮਰਾ ਸੀ। ਉਹਨਾਂ ਨੇ ਇੱਕ ਛੋਟੇ ਜਿਹੇ ਬੱਚੇ ਨੂੰ ਮਾਂ ਬਾਪ ਨੇ ਦਿੱਤਾ, ਬਾਬਾ ਜੀ ਨੇ ਪਾਲਿਆ, ਉਹਨੂੰ ਜੋੜੀ ਸਿਖਾਈ। ਜਦੋਂ ਉਹ ਵਜਾਉਂਦਾ ਸੀ ਜੋੜੀ ਦੇ ਥੱਲੇ ਉਹਦੇ ਸਰਾਣਾ ਰੱਖਦੇ ਸੀ, ਜੋੜੀ ਦੇ ਬਰਾਬਰ ਵੀ ਨਹੀਂ ਆਉਂਦਾ ਸੀ। ਉਹਨੂੰ ਬਹੁਤ ਬਾਬਾ ਜੀ ਨੇ ਕੋਲ ਬਿਠਾ ਕੇ ਖਵਾਇਆ, ਕੋਲ ਬਿਠਾ ਕੇ ਸਿਖਾਇਆ। ਬਾਬਾ ਜੀ ਕਹਿੰਦੇ ਸੀ ਵੀ ਜੇ ਹਜ਼ੂਰ ਸਾਹਿਬ ਸਾਡਾ ਬੜਾ ਪਵਿੱਤਰ ਸਥਾਨ ਹੈ, ਕਹਿੰਦੇ ਜੇ ਕੋਈ ਗਲਤ ਦੇ ਜਵਾਨੀ ਭਰੀ ਸੰਗੀਆਂ ਦੇ ਨਾਲ ਹਜ਼ੂਰ ਸਾਹਿਬ ਆਇਆ। ਬਾਬਾ ਜੀ ਦੇ ਕਰਤਾ ਧਰਤਾ ਕੰਮਕਾਰ ਕਰਨ ਵਾਲੇ ਬਾਪੂ ਹਮੀਰ ਸਿੰਘ ਸੀ। ਇੱਥੇ 5-10 ਬੰਦੇ ਨੂੰ ਉਹਨਾਂ ਨੇ ਫੁਰਨਾ ਬਣਾਇਆ ਸੀ, ਹਜ਼ੂਰ ਸਾਹਿਬ ਰਵਾਂਗੇ, ਕਲਗੀਧਰ ਪਾਤਸ਼ਾਹ ਦੇ ਚਰਨਾਂ 'ਚ ਹਾਜ਼ਰੀਆਂ ਭਰਾਂਗੇ, ਸੇਵਾ ਕਰਾਂਗੇ, ਆਪਦੇ ਪੁੰਨ ਬਣਾਵਾਂਗੇ। ਪੁੰਨ ਸਾੜਾਂਗੇ ਨਹੀਂ ਪਿਛਲੇ ਕੀਤੇ ਹੋਏ। ਹਜ਼ੂਰ ਸਾਹਿਬ ਦੀ ਪਵਿੱਤਰ ਧਰਤੀ ਹੈ, ਉਹਦੇ ਪੁੰਨ ਸੀ ਪਿਛਲੇ ਕੀਤੇ ਹੋਏ। ਬਾਬਾ ਜੀ ਉਹਨੂੰ ਬਿਠਾਉਂਦੇ ਸੀ, ਨਾਲ ਹੀ ਸੁਆਉਂਦੇ ਸੀ, ਨਾਲ ਹੀ ਖਵਾਉਂਦੇ ਸੀ। ਹਜ਼ੂਰ ਸਾਹਿਬ ਆਇਆ, ਇੱਥੇ ਉਹਨੇ ਗਲਤੀ ਕੀਤੀ। ਕਿਸੇ ਹੋਰ ਵੀ ਕੋਈ ਸੰਗਤ ਆਈ ਸੀ, ਕਿਸੇ ਲੜਕੀ ਦੇ ਮਗਰ ਲੱਗ ਗਿਆ, ਉਹ ਗੁਨਾਹ ਹੋ ਗਿਆ, ਪਾਪ। ਫਿਰ ਮਹਾਂਪੁਰਸ਼ਾਂ ਦੇ ਕੋਲ ਵਾਪਸ ਗਿਆ, ਮਹਾਂਪੁਰਖਾਂ ਦੇ ਦਿਲ ਤੋਂ ਹੀ ਉਤਰ ਗਿਆ। ਫਿਰ ਉਹ ਚਲਾ ਗਿਆ, ਧੱਕੇ ਖਾਦੇ ਪਤਾ ਨਹੀਂ ਕਿੱਥੇ ਕਿੱਥੇ। ਇਹ ਕਹਿੰਦੇ ਨੇ ਪਾਪ ਬਾਹਰ ਦੇ ਪਾਪ ਤੂੰ ਆਣ ਕੇ ਗੁਰੂ ਘਰ ਧੋ ਲਵੇਂਗਾ, ਤੇ ਜੇ ਤੂੰ ਗੁਰੂ ਘਰ ਹੀ ਪਾਪ ਕਰੇਗਾ, ਫਿਰ ਇੰਨਾ ਕੁ ਸੋਚ ਲਈ, ਇਹ ਪਾਪ ਤੇਰਾ ਲੈਣ ਵਾਲਾ ਨਹੀਂ।
ਇਹ ਤੈਨੂੰ ਤੰਗ ਬਹੁਤ ਦੇਰ ਤੱਕ ਕਰੇਗਾ। ਇਹ ਜਿਹੜਾ ਤੂੰ ਗੁਰੂ ਘਰ ਆਣ ਕੇ ਪਾਪ ਕੀਤਾ ਹੈ ਨਾ, ਇਸ ਪਾਪ ਨੇ ਹੁਣ ਤੇਰਾ ਖਹਿੜਾ ਨਹੀਂ ਛੱਡਣਾ। ਇਹ ਕਹਿੰਦੇ ਨੇ ਬੱਜਰ ਪਾਪ ਨਾ ਉਤਰੀ। ਡਾਇਨ ਮਾਨਸ ਡਾਇਨ ਮਾਨਸ ਖਾਵਨੀ ਪੁੱਤ ਬੁਰਾ ਨਾ ਮੰਗੇ। ਕਹਿੰਦੇ ਜਿਹੜੇ ਡੈਣਾ ਹੁੰਦੀਆਂ ਨਾ, ਬੰਦੇ ਨੂੰ ਖਾ ਜਾਂਦੀ, ਆਪਦੇ ਪੁੱਤ ਨੂੰ ਨਹੀਂ ਖਾਂਦੀ। ਆਪਦੇ ਪੁੱਤ ਦੇ ਦੁੱਖ ਝੱਲਦੀ। ਉਹ ਤਾਂ ਇੱਕ ਆਪਦੇ ਪੁੱਤ ਨੂੰ ਡੈਣ ਵੀ ਛੱਡ ਦਿੰਦੀ ਹੈ। ਕਹਿੰਦੇ ਡੈਣ ਨੇ ਵੀ ਇੱਕ ਆਪਦਾ ਪੁੱਤ ਛੱਡਦਾ, ਤੇ ਤੂੰ ਗੁਰੂ ਘਰ ਨਹੀਂ ਛੱਡ ਸਕਦਾ। ਤੂੰ ਗੁਰੂ ਦੇ ਸਥਾਨ ਨੂੰ ਨਹੀਂ ਛੱਡ ਸਕਦਾ ਪਾਪ ਕਰਨ ਤੋਂ। ਡੈਣ ਵੀ ਇੱਕ ਥਾਂ ਛੱਡ ਗਈ ਕਿ ਜਿਹਨੇ ਥਾਂ ਥਾਂ ਬੰਦੇ ਖਾਧੇ ਸੀ, ਪਰ ਉਹਨੇ ਆਪਦੇ ਪੁੱਤ ਨੂੰ ਹੱਥ ਨਹੀਂ ਲਾਇਆ, ਪੁੱਤ ਨੂੰ ਪਾਲਿਆ ਹੈ। ਵੱਡਾ ਵਿਕਰਮੀ ਆਖੀਐ ਤੀ ਭੈਣੋ ਸੰਗੈ। ਇਹਨੇ ਬੜਾ ਗੰਦਾ ਆਦਮੀ, ਚਾਰੇ ਪਾਸੇ ਗੰਦ ਪਾਇਆ ਹੈ, ਪਰ ਧੀ ਨੂੰ ਧੀ ਸਮਝਦਾ ਹੈ, ਭੈਣ ਨੂੰ ਭੈਣ ਸਮਝਦਾ, ਫਿਰ ਵੀ ਇੱਕ ਥਾਂ ਛੱਡਦਾ ਹੈ। ਰਾਜੇ ਤਰੋਹ ਕਮਾਵੰਦੇ ਰਹਿ ਬਾਰ ਸੁਰੰਗੇ। ਕਹਿੰਦੇ ਰਾਜੇ ਲੜਾਈਆਂ ਕਰਦੇ ਆ, ਯੁੱਧ ਕਰਦੇ, ਮਾਰਦੇ ਆ, ਪਰ ਜੇ ਦੂਜੇ ਰਾਜੇ ਦਾ ਜਸੂਸ ਆਵੇ, ਬੰਦਾ ਗੱਲ ਕਰਨ ਨਾਲ ਉਹਨੂੰ ਨਹੀਂ ਮਾਰਦੇ। ਪਾਕਿਸਤਾਨ ਦੇ ਦੂਤ ਆਪਣੇ ਹਿੰਦੁਸਤਾਨ 'ਚ ਬੈਠੇ ਆ, ਪਾਕਿਸਤਾਨ ਹਿੰਦੁਸਤਾਨ ਦੀ ਲੜਾਈ, ਪਰ ਉਹਨਾਂ ਦੇ ਦੂਤ ਨੂੰ ਕੋਈ ਨਹੀਂ ਮਾਰੇਗਾ। ਕਹਿੰਦੇ ਇੱਕ ਦੂਤ ਵੀ ਛੱਡ ਦਿੰਦੇ ਆ, ਇੱਕ ਦੂਤ ਨੂੰ ਰਾਜੇ ਵੀ ਛੱਡ ਦਿੰਦੇ ਆ, ਬਾਕੀ ਭਾਵੇਂ ਕਿੰਨਾ ਵੈਰ ਹੋਵੇ ਕਰਦੇ ਆ। ਬਜਰ ਪਾਪ ਨਾ ਉਤਰਨ ਜਾਏ ਕੀਚਨ ਗੰਗੇ। ਜਿਹੜੇ ਤੂੰ ਗੰਗਾ ਤੇ ਜਾ ਕੇ ਪਾਪ ਕੀਤੇ ਉਹ ਤੇਰੇ ਲੈ ਜਾਣਗੇ। ਬਾਹਰ ਦੇ ਪਾਪ ਤਾਂ ਤੂੰ ਗੰਗਾ ਤੇ ਇਸ਼ਨਾਨ ਕਰਕੇ ਨਹਾ ਲਵੇਂਗਾ, ਪਰ ਤੂੰ ਜਿਹੜੇ ਗੰਗਾ ਦੇ ਪਾਪ ਕੀਤੇ ਨੇ ਜਾ ਕੇ, ਇਹ ਤੇਰੇ ਇਹ ਕਿੱਥੇ ਲਾਏਗਾ? ਇਹ ਨਹੀਂ ਉਤਰਨੇ। ਥਰ ਹਰ ਕੰਬੇ ਨਰਕ ਜਮ ਸੁਣ ਨਿੰਦਕ ਢੰਗੇ। ਕਹਿੰਦੇ ਨਰਕ ਵੀ ਨਿੰਦਕ ਨੂੰ ਸੁਣ ਕੇ ਡਰਦੇ ਆ। ਨਿੰਦਾ ਭਲੀ ਨਾ ਕਿਸੈ ਦੀ ਗੁਰ ਨਿੰਦ ਕੋ ਡੰਗੇ। ਗੁਰੂ ਸਾਹਿਬ ਕਹਿੰਦੇ ਨਿੰਦਿਆ ਬਹੁਤ ਖੋਟੀ ਹੈ, ਕਿਸੇ ਦੀ ਚੰਗੀ ਨਹੀਂ, ਇਹ ਨਹੀਂ ਕਰਨੀ। ਇਹਨਾਂ ਪਾਪਾਂ ਤੋਂ ਸਤਿਗੁਰੂ ਕਹਿੰਦੇ ਨੇ, ਪਾਪਾਂ ਜੇ ਤੂੰ ਪੁੰਨ ਕਰਦਾ ਹੈ ਕਿ ਮੈਂ ਪਾਠ ਕਰਨਾ ਹੈ, ਸਿਮਰਨ ਕਰਨਾ ਹੈ, ਸੇਵਾ ਕਰਨੀ ਹੈ, ਮੈਂ ਆਪਣੇ ਪੁੰਨ ਬਣਾ ਰਿਹਾ, ਕਹਿੰਦੇ ਫਿਰ ਪਾਪ ਤੋਂ ਵੀ ਡਰ। ਜੇ ਪੁੰਨ ਤੂੰ ਬਣਾ ਰਿਹਾ ਹੈ ਤੇ ਪਾਪ ਕਿਉਂ ਕਰ ਰਿਹਾ? ਇਸ ਪਾਪ ਤੋਂ ਵੀ ਡਰ। ਇਹ ਪਾਪ ਨਾ ਕਰ, ਇਹ ਬੜੀ ਭਾਰੀ ਵਸਤੂ ਹੈ, ਤੇ ਤੂੰ ਇਹਦੇ ਨਾਲ ਨਰਕਾਂ ਦੇ ਵਿੱਚ ਨਿਗਰੇਂਗਾ। ਇਸ ਕਰਕੇ ਸਤਿਗੁਰੂ ਕਹਿੰਦੇ ਨੇ ਇਹ ਤਿਲ ਜਿਹੜੇ ਸੀ ਬੀਜੇ ਗਏ, ਨਾਲ ਹੀ ਇਹਨਾਂ ਦਾ ਪਾਲਣ ਪੋਸ਼ਣ ਹੋਇਆ, ਨਾਲ ਹੀ ਵੱਡੇ ਹੋਏ, ਨਾਲ ਹੀ ਫਲ ਪਏ, ਪਰ ਇਹਨਾਂ ਦੇ ਫਲ ਸੜ ਗਏ। ਇਹਨਾਂ ਦੇ ਫਲ ਸੜੇ ਜਿਹੜੇ ਉਹਨਾਂ ਦੀ ਕੀਮਤ ਨਹੀਂ ਪਈ, ਉਹਨਾਂ ਨੂੰ ਵਿੱਚ ਹੀ ਜ਼ਮੀਨ ਤੇ ਹੀ ਸਿੱਟਤਾ। ਜਿੱਥੇ ਉੱਗੇ ਸੀ ਜ਼ਿਮੀਂਦਾਰ ਨੂੰ ਵੀ ਦੁੱਖ ਹੋਇਆ, ਉਹ ਵੀ ਰੁਲੇ। ਇਸ ਕਰਕੇ ਖੇਤੇ ਅੰਦਰ ਛੁੱਟਿਆ ਕੌਣ ਨਾਨਕ ਸਿਓ ਨਾਮ, ਫਲੀਏ ਫੁਲੀਏ ਬੱਪੜੇ ਭੀ ਤਨ ਵਿੱਚ ਸਵਾ। ਗੁਰੂ ਘਰ ਦੀ ਮਰਜ਼ਾਦਾ ਨੂੰ ਸੱਚ ਜਾਣ ਲਾ। ਇਹਦੇ ਜਿਹਾ ਸੁੱਖ ਨਹੀਂ, ਇਹਦੇ ਜਿਹਾ ਆਨੰਦ ਨਹੀਂ। ਉਹ ਪਹਿਲਾਂ ਹੀ ਸ਼ੁਰੂ ਕਰੋ ਜਿਹੜਾ ਹੋਏ ਬਰਕਤ ਬਨਾਰਸੀ, ਰਹਿੰਦਾ ਰਾਮਾ ਆਨੰਦ ਗੁਸਾਈ। ਅੰਮ੍ਰਿਤ ਵੇਲੇ ਉੱਠ ਕੇ ਜਾਂਦਾ ਗੰਗਾ ਨਹਾਉਣ ਤਾਈਂ। ਅਗੋਂ
ਅੱਗੋ ਹੀ ਦੇ ਜਾਏ ਕੈ ਲੰਮਾ ਪਿਆ ਕਬੀਰ ਤੇ ਥਾਈ। ਅੱਗੇ ਕਹਿੰਦੇ ਜਾ ਕੇ ਕਬੀਰ ਪਹਿਲਾਂ ਹੀ ਲੰਮਾ ਪੈ ਗਿਆ। ਜਿੱਥੋਂ ਗੁਰੂਆਂ ਨੇ ਮਹਾਂਪੁਰਖਾਂ ਨੇ ਲੰਘਣਾ ਸੀ ਉਸੇ ਰਸਤੇ ਤੇ ਕਬੀਰ ਲੰਮਾ ਪੈ ਗਿਆ। ਪੈਰੀ ਟੁੱਬ ਉਠਾਲਿਆ ਬੋਲੋ RAM ਸਿੱਖ ਸਮਝਾਈ। ਪੈਰਾਂ ਦੇ ਨਾਲ ਰਾਮਾਨੰਦ ਜੀ ਨੇ ਉਹਨੂੰ ਰਾਹ ਵਿੱਚ ਪਿਆ ਹੈ ਤੇ ਪੈਰਾਂ ਦੇ ਨਾਲ ਹਿਲਾ ਕੇ ਕਿਹਾ, ਉਹ ਰਾਮ ਕੇ ਪਿਆਰੇ ਰਾਮ ਜਪ। ਉਹਨੇ ਨਮਸਕਾਰ ਕੀਤੀ। ਗਿਆ ਐਵੇਂ ਚੁੱਪ ਕਰਕੇ ਪਿਆ ਸੀ, ਮਸਲਾ ਹੋ ਗਿਆ। ਜਦੋਂ ਮਹਾਂਪੁਰਖਾਂ ਨੇ ਪੈਰ ਲਾਏ ਇੱਕਦਮ ਉੱਠ ਕੇ ਮੂੰਹੋਂ ਬੋਲਦਾ ਹੈ ਰਾਮ ਰਾਮ ਰਾਮ। ਹੁਣ ਮਿਲ ਗਿਆ, ਗੁਰੂ ਵੀ ਮਿਲ ਗਿਆ ਜਿੰਦੇ ਚਰਨ ਲੱਗ ਗਏ ਤੇ ਨਾਮ ਵੀ ਮਿਲ ਗਿਆ ਗੁਰੂ ਦਾ। ਰਾਮ ਰਾਮ ਗੁਰੂ ਤੋਂ ਸੇਵਾ ਮਿਲੇ, ਗੁਰੂ ਤੋਂ ਨਾਮ ਮਿਲੇ, ਭਾਗ ਵੱਡੇ ਸਮਝ ਲਓ। ਸਮਝੋ ਅਸੀਂ ਤਰ ਜਾਵਾਂਗੇ, ਸਾਡੇ ਸੱਚਖੰਡ ਦੇ ਬੂਹੇ ਖੁੱਲ ਜਾਣਗੇ ਤੇ ਕਿਤੇ ਨਰਕਾਂ ਦੇ ਬੂਹੇ ਨਾ ਚਲੇ ਜਾਈਏ। ਰਸਤੇ ਦੋ ਜਾਂਦੇ ਆ, ਇੱਕ ਰਸਤਾ ਮਾਰਗ ਸਹੀ, ਇੱਕ ਨਹੀਂ ਸਹੀ। ਜੇ ਤੂੰ ਗਲਤ ਰਾਹ 'ਚ ਪੈ ਗਿਆ ਕੀ ਹੋਏਗਾ ਕੀ ਤੇਰੇ ਨਾਲ? ਅੱਗੇ ਤੇਰੇ ਨਾਲ ਬਣੇਗਾ ਕੀ? ਉੱਥੇ ਤਾਂ ਤੂੰ ਲੁੱਟਿਆ ਵੀ ਜਾ ਸਕਦਾ, ਮਾਰਿਆ ਵੀ ਜਾ ਸਕਦਾ, ਜੰਗਲੀ ਜਾਨਵਰ ਵੀ ਹੈ, ਡਾਕੂ ਚੋਰ ਵੀ ਨੇ। ਇੱਕ ਮਾਰਗ ਸਹੀ ਹੈ, ਇੱਕ ਮਾਰਗ 'ਚ ਡਾਕੂ ਚੋਰ ਲਟੇਰੇ ਸਾਰੇ ਨੇ। ਉੱਥੋਂ ਤੂੰ ਕਿਵੇਂ ਸੁੱਕਾ ਨਿਕਲੇਗਾ? ਇਸ ਕਰਕੇ ਉਸ ਮਾਰਗ ਤੇ ਨਾ ਚੱਲ, ਪੈ ਰੱਖ ਜਿਹੜਾ ਤੈਨੂੰ ਚੋਰਾਂ ਨੇ ਲੁੱਟ ਲੈਣਾ ਹੈ, ਡਾਕੂਆਂ ਨੇ ਲੁੱਟ ਲੈਣਾ ਹੈ, ਜਿੰਦੀ ਮਾਰ ਧਾੜ ਹੋ ਜਾਣੀ। ਉਸ ਰਸਤੇ ਤੋਂ ਪਿੱਛੇ ਮੁੜ ਪਓ, ਮੁੜ ਕੇ ਆਪਣੇ ਸਹੀ ਰਸਤੇ ਤੇ ਮਾਰਗ ਤੇ ਚੱਲ। ਜਿਉ ਲੋਹਾ ਪਾਰਸ ਛੂਹੇ ਚੰਦਨ ਵਾਸ ਨਿਮ ਮਹਿਕਾਈ। ਕਹਿੰਦੇ ਅੱਜ ਕਿਰਪਾ ਹੋ ਗਈ ਕਬੀਰ ਤੇ। ਵਿਚਾਰਾ ਤਰਸਦਾ ਫਿਰਦਾ ਸੀ, ਭਟਕਦਾ ਫਿਰਦਾ ਸੀ। ਅੱਜ ਜਦੋਂ ਗੁਰੂ ਨੇ ਕਿਹਾ ਵੀ ਰਾਮ ਕੇ ਪਿਆਰੇ ਰਾਮ ਜਪ, ਤੇ ਕਬੀਰ ਰਾਮ 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 ਸਿਮਰਨੀ ਰਸਨਾ ਉੱਪਰ ਰਾਮ। ਕਬੀਰ ਦੀ ਮਾਲਾ ਚੱਲ ਪਈ, ਕਬੀਰ ਦਾ ਨਾਮ ਚੱਲ ਪਿਆ, ਗੁਰੂ ਦਾ ਪਿਆਰ ਲੱਗ ਗਿਆ, ਧਿਆਨ ਗੁਰੂ ਦਾ ਧਰ ਲਿਆ, ਨਾਲ ਨਾਮ ਜਪ ਲਿਆ। ਕਬੀਰ ਦੀ ਬੜੀ ਚੜ੍ਹਦੀ ਕਲਾ ਹੋ ਗਈ। ਕਹਿੰਦੇ ਵੀ ਇਹਦਾ ਨਾ ਤਾਂ ਕੋਈ ਗੁਰੂ ਹੈ, ਨਾ ਕਿਸੇ ਗੁਰੂ ਨੇ ਮੰਤਰ ਦਿੱਤਾ ਹੈ, ਇਹ ਝੂਠਾ ਹੈ ਕਬੀਰ। ਸਾਰਿਆਂ ਨੇ ਰੋਲਾ ਪਾਤਾ। ਕਬੀਰ ਕਹਿੰਦਾ ਮੇਰੇ ਗੁਰੂ ਨੇ ਰਾਮਾਨੰਦ ਜੀ, ਉਹਨਾਂ ਨੇ ਮੰਤਰ ਦਿੱਤਾ ਮੈਨੂੰ ਰਾਮ ਰਾਮ ਦਾ। ਰਾਮਾਨੰਦ ਕੋਲ ਚਲੇ ਗਏ, ਮਹਾਰਾਜ ਤੁਸੀਂ ਉਸ ਨੂੰ ਨੀਚ ਜਾਤੀ ਵਾਲੇ ਨੂੰ ਕਿਉਂ ਮੰਤਰ ਦੇਤਾ ਹੈ? ਉਹਦੀ ਤਾਂ ਚੜ੍ਹਦੀ ਕਲਾ ਬੜੀ ਹੋ ਗਈ, ਉਹਦਾ ਜਸ ਬੜਾ ਫੈਲ ਗਿਆ ਹੈ, ਉਹਦੇ ਕੰਮ ਸਾਰੇ ਸਿੱਧੇ ਹੋਣ ਲੱਗ ਪਏ। ਰਾਮਾਨੰਦ ਜੀ ਕਹਿੰਦੇ ਮੈਂ ਨਹੀਂ ਮੰਤਰ ਦਿੱਤਾ, ਮੇਰੇ ਕੋਲ ਕੋਈ ਗੁਰੂ ਧਾਰਨ ਕਰਕੇ ਨਹੀਂ ਗਿਆ। ਕਬੀਰ ਲਿਆਓ ਸਾਹਮਣੇ। ਹੁਣ ਕਬੀਰ ਲਿਆ ਕੇ ਨੀਵੀਂ ਜਾਤ ਦਾ ਦੂਰ ਖੜਾ ਹੱਥ ਜੋੜ ਕੇ। ਰਾਮਾਨੰਦ ਜੀ ਕਹਿੰਦੇ ਮੈਂ ਕਿਹੜੇ ਸਮੇਂ ਗੁਰੂ ਧਾਰਨ ਕਰਾਇਆ ਹੈ, ਕਿਹੜੇ ਸਮੇਂ ਗੁਰਮੰਤਰ ਦਿੱਤਾ ਹੈ? ਕਬੀਰ ਨੇ ਕਿਹਾ ਮਹਾਰਾਜ ਰਾਤ ਨੂੰ ਮੈਂ ਰਸਤੇ 'ਚ ਪਿਆ ਸੀ, ਤੁਸੀਂ ਜਾ ਰਹੇ ਸੀ ਇਸ਼ਨਾਨ ਕਰਨ, ਮੈਨੂੰ ਤੁਸੀਂ ਪੈਰਾਂ ਦੇ ਠੁੱਡੇ ਦੇ ਨਾਲ ਹਿਲਾ ਕੇ ਉਠਾਇਆ, ਉੱਠ ਰਾਮ ਕੇ ਪਿਆਰੇ ਰਾਮ ਜਪ। ਨਾਲੇ ਤਾਂ ਤੁਹਾਡੇ ਚਰਨ ਲੱਗੇ ਮੇਰੇ ਨਾਲ, ਨਾਲੇ ਤੁਸੀਂ ਮੈਨੂੰ ਰਾਮ ਕਿਹਾ, ਬੋਲ ਮੈਂ ਬੋਲਿਆ ਜੀ ਰਾਮ 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 ਰਾਮ। ਉਦੋਂ ਤੋਂ ਮੈਂ ਜਪੀ ਜਾ ਰਿਹਾ। ਰਾਮਾਨੰਦ ਕਹਿੰਦੇ ਹਾਂ ਇਹ ਤਾਂ ਮੇਰਾ ਕਰਮ ਹੀ ਹੈ ਕਿ ਮੈਂ ਰਸਤੇ ਵਿੱਚ ਸਭ ਨੂੰ ਕਹਿੰਦਾ ਜਾਣਾ ਭਾਈ ਉੱਠੋ ਪਿਆਰਿਓ ਨਾਮ ਜਪੋ। ਇਹਨੇ ਭਰੋਸਾ ਕਰ ਲਿਆ, ਇਹਨੇ ਵਿਸ਼ਵਾਸ ਕਰ ਲਿਆ, ਇਹਦਾ ਸਹੀ ਹੈ, ਗੁਰੂ ਧਾਰਨ ਸਹੀ ਹੈ,
ਇਹਦਾ ਨਾਮ ਜਪਿਆ ਵੀ ਸਹੀ ਹੈ, ਇਹਦਾ ਪ੍ਰਵਾਨ ਹੈ। ਭਾਈ ਤੁਸੀਂ ਜਾਤਾਂ ਦੇ ਮਾਣ ਕਰਦੇ ਜੇ, ਪਰਮੇਸ਼ਰ ਦੇ ਦਰ ਤੇ ਜਾਤਾਂ ਨਹੀਂ ਚੱਲਦੀਆਂ, ਉਹਦੇ ਦਰ ਤੇ ਨਾਮ ਚੱਲਦਾ ਹੈ। ਇਸ ਕਰਕੇ ਕਬੀਰ ਦੀ ਚੜ੍ਹਦੀ ਕਲਾ ਨੂੰ ਕੋਈ ਰੋਕ ਨਹੀਂ ਸਕਦਾ। ਇਹਨੇ ਗੁਰੂ ਵੀ ਧਾਰਨ ਕਰ ਲਿਆ ਏ, ਇਹਨੇ ਮਰਜ਼ਾਦਾ ਕਰ ਲਈ। ਮੈਂ ਤਾਂ ਆਪਣੀ ਮਰਜ਼ਾਦਾ ਰੱਖੀ ਸੀ, ਪਰ ਇਹਨੇ ਭਾਈ ਪਾਲਿਆ ਸਾਰਾ ਕੁਝ, ਇਹਨੂੰ ਰੱਬ ਨੇ ਦਵਾਇਆ। ਫਿਰ ਕਬੀਰ ਇੱਕ ਰਾਮ ਰਾਮ ਹੀ ਜਪਦਾ ਰਿਹਾ ਹੈ, ਰਾਮ ਰਾਮ ਹੀ ਜਪਦਾ ਰਿਹਾ ਹੈ। ਰਾਮ ਜਪੋ ਜੀ ਐਸੇ, ਨਾਲੇ ਮੱਤ ਦਿੰਦਾ ਹੈ ਭਗਤ ਕਬੀਰ ਆਪਣੇ ਆਪ ਨੂੰ। ਕਬੀਰਾ ਹੁਣ ਜੇ ਤੂੰ ਜਪਣ ਲੱਗਾ ਤੇ ਫਿਰ ਤੂੰ ਪ੍ਰਹਿਲਾਦ ਵਾਂਗੂ ਜਪੀ, ਵਿੱਚ ਹੀ ਨਾ ਭੜਕਦਾ ਫਿਰੀ, ਵਿੱਚ ਹੀ ਠੁੱਡੇ ਨਾ ਖਾਂਦਾ ਫਿਰੀ। ਐਸਾ ਨਾਮ ਜਪੀ ਕਿ ਤੇਰੀਆਂ ਕੁੱਲਾਂ ਤਰ ਜਾਣ, ਇਹੋ ਜਿਹਾ ਨਾ ਜਪੀ ਕਿ ਤੇਰੀਆਂ ਕੁੱਲਾਂ ਹੀ ਡੁੱਬ ਜਾਣ, ਤੇਰਾ ਪਰਿਵਾਰ ਹੀ ਡੁੱਬ ਜੇ, ਤੂੰ ਵੀ ਡੁੱਬ ਜੇ। ਇਹੋ ਜਿਹਾ ਪਖੰਡ ਵਾਲਾ, ਇਹੋ ਜਿਹਾ ਫਰੇਬ ਵਾਲਾ, ਇਹੋ ਜਿਹਾ ਝੂਠ ਚਤਰਾਈ ਵਾਲਾ ਨਾਮ ਨਾ ਜਪੀ। ਇਹੋ ਜਿਹਾ ਨਾ ਜਪੀ ਕਿ ਪਾਪ ਵੀ ਕਰੀ ਜਾਏ ਤੇ ਪਾਠ ਵੀ ਕਰੀ ਜਾਏ। ਇਸ ਕਰਕੇ ਜੇ ਤੂੰ ਪਾਠ ਕਰਨਾ ਹੈ ਤੇ ਪਾਪ ਕਰਨਾ ਛੱਡ ਦੇ, ਬਦੀਆਂ ਕਰਨੀਆਂ ਛੱਡ ਦੇ। ਗੁਰੂ ਘਰ ਨੂੰ ਇੱਕ ਨੂੰ ਬਖਸ਼ ਦੇ ਕਿ ਗੁਰੂ ਘਰ ਨਾਮ ਜਪਣ ਵਾਸਤੇ ਆ, ਗੁਰੂ ਘਰ ਭਗਤੀ ਕਰਨ ਵਾਸਤੇ, ਗੁਰੂ ਘਰ ਸਿਮਰਨ ਕਰਨ ਵਾਸਤੇ ਆ, ਗੁਰੂ ਘਰ ਗੁਨਾਹ ਕਰਨ ਵਾਸਤੇ ਨਹੀਂ। ਜੇ ਇਸ ਥਾਂ ਤੇ ਗੁਨਾਹ ਹੋ ਗਿਆ ਤੇ ਇਹਦਾ ਹਿਸਾਬ ਕਿਤਾਬ ਬੜਾ ਔਖਾ ਹੈ, ਇੱਥੇ ਛੁੱਟਣਾ ਹੀ ਬੜਾ ਔਖਾ ਹੈ। ਇਸ ਕਰਕੇ ਇਸ ਸਾਹਿਬ ਤੋਂ ਡਰ ਕੇ ਰਹੇ। ਬਾਬਾ ਖੇਮ ਸਿੰਘ ਜੀ ਕਹਿੰਦੇ ਸੀ, ਭਾਈ ਪੁੱਛੋ ਦੀ ਵੀ ਮਰਜ਼ਾਦਾ ਦੂਜਿਆਂ ਸਥਾਨਾਂ ਨਾਲੋਂ ਘਟਣੀ। ਨਾਨਕਸਰ ਕੋਈ ਵੀ ਕਿਸੇ ਦੀ ਗੱਲ ਹੋਵੇ ਉਹ ਪੁੱਛੋ ਸਾਹਿਬ ਬਖਸ਼ਾ ਲੈਂਦੇ ਆ। ਬਾਬਾ ਜੀ ਕਹਿੰਦੇ ਸੀ ਇਹ ਵੱਡਾ ਸਥਾਨ ਹੈ। ਉੱਥੇ ਇੱਕ DSP ਨੇ ਬੜੀ ਗਲਤੀ ਕੀਤੀ ਸੀ। ਜਦੋਂ ਕੋਈ ਰੋਲਾ ਪਿਆ, DSP ਸੀ, ਬੜਾ ਕਾਰੋਬਾਰ ਚੱਲਦਾ ਸੀ, ਬੜਾ ਨਾਮ ਸੀ। ਨਾਨਕਸਰ ਉਹ ਗਲਤੀ ਕਰ ਗਿਆ। ਫਿਰ ਇੰਨਾ ਦੁਖੀ ਹੋਇਆ, ਉਹਦਾ ਕਿਤੇ ਹੱਥ ਨਾ ਪਿਆ, ਨੌਕਰੀਆਂ ਵੀ ਰੁਲ ਗਈਆਂ, ਭੁੱਖਾ ਮਰੇ। ਕਿਸੇ ਨੇ ਕਿਹਾ ਤੂੰ ਪੁੱਛੋ ਚਲਾ ਜਾ, ਉੱਥੇ ਜਾਏਗਾ ਤੇ ਤੇਰਾ ਇਹ ਬਖਸ਼ਿਆ ਜਾਏਗਾ। ਜਿਹੜੀ ਤੂੰ ਨਾਨਕਸਰ ਗਲਤੀ ਕੀ ਕਰ ਲਈ ਨਾ, ਹੁਣ ਪੁੱਛੋ ਸਾਹਿਬ ਜਾ ਕੇ ਬਖਸ਼ਾਣਾ। ਉਹ ਫਿਰ ਪੁੱਛੋ ਸਾਹਿਬ ਆਇਆ। ਜਦੋਂ ਆਇਆ ਉਹਨੇ ਸਾਰੀ ਗੱਲ ਸੁਣਾਈ ਤੇ ਮੈਂ ਕਿਹਾ ਤੂੰ ਉਹ ਹੀ ਨਹੀਂ DSP ਪੁਰੀ? ਮੈਂ ਕਿਹਾ ਮੇਰੇ ਵੀ ਡੰਡੇ ਮਾਰੇ ਸੀ ਤੂੰ। ਕਹਿਣ ਲੱਗਾ ਤੁਸੀਂ ਸੀ? ਕਹਿੰਦਾ ਫਿਰ ਤਾਂ ਮੈਂ ਸਹੀ ਥਾਂ ਤੇ ਆ ਗਿਆ। ਮੇਰਾ ਬਹੁਤ ਮੰਦਾ ਹਾਲ ਹੋਇਆ, ਕਾਰੋਬਾਰ ਪਰਿਵਾਰ ਵੀ ਮੇਰਾ ਖਤਮ, ਧੀ ਪੁੱਤ ਵੀ ਖਤਮ, ਦੋਨਾਂ ਦੇ ਰਿਸ਼ਤੇ ਟੁੱਟ ਗਏ, ਪਰਿਵਾਰ ਦੀ ਘਰ ਵਾਲੀ ਨਾਲ ਲੜਾਈ ਪੈ ਗਈ, ਬਖੇੜੇ ਪੈ ਗਏ, ਕਾਰੋਬਾਰ ਮੇਰੇ ਚਲੇ ਗਏ, ਨੌਕਰੀ ਚਲੀ ਗਈ। ਨਾਨਕਸਰ ਦੇ ਵਿੱਚ ਸਾਨੂੰ ਬਾਬਾ ਜੀ ਦਾ ਹੁਕਮ ਸੀ ਵਿਆਹ ਕਰਨਾ ਹੈ। ਅਸੀਂ ਗਏ ਤੇ ਇਹ ਅੱਗੇ DSP ਦੀ ਇਹਦੀ ਡਿਊਟੀ ਲੱਗੀ ਸੀ। ਫਿਰ ਇਹ ਪੁੱਛੋ ਸਾਹਿਬ, ਇਹਨੂੰ ਕਿਸੇ ਨੇ ਕਿਹਾ ਵੀ ਨਾਨਕਸਰ ਨਹੀਂ, ਹੁਣ ਤੂੰ ਪੁੱਛੋ ਸਾਹਿਬ ਜਾ ਕੇ ਮਾਫੀ ਮੰਗ ਬਾਬੇ ਮਾਹਰ ਨਾਮ ਸਿੰਘ ਦੀ ਗੱਦੀ ਤੇ। ਫਿਰ ਆਣ ਕੇ ਇੱਥੇ ਡਿੱਗਿਆ, ਮਾਫੀਆਂ ਮੰਗੀਆਂ, ਦੱਸਿਆ। ਮੈਂ ਕਿਹਾ ਭਾਈ ਹੁਣ ਪਾਠ ਕਰਾਓ, ਜਪ ਤਪ ਸਿਮਰਨ ਜਿੰਨਾ ਹੁੰਦਾ ਹੈ ਬਾਬਾ ਜੀ ਤੋਂ ਮਾਫੀ ਮੰਗ। ਏਡੀ ਬਰਬਾਦੀ ਹੋਈ ਜਿੰਦਾ ਕੋਈ ਅੰਤ ਨਹੀਂ। ਇਹ ਹੈ ਜਿਹੜੇ ਗੁਰੂ ਘਰ ਦੇ ਵਿੱਚ ਪਾਪ ਹੁੰਦੇ ਆ, ਜੇ ਪੁੰਨਾਂ ਦੇ ਫਾਲੇ ਤੇ ਪਾਪ ਤੋਂ ਜ਼ਰੂਰੀ ਡਰਨਾ ਹੈ। ਨਰ ਅਚੇਤ ਪਾਪ ਤੇ ਡਰ ਰਹੇ। ਕਹਿੰਦੇ ਬੰਦਿਆ, ਇੱਕ ਤਾਂ ਤੂੰ ਜਾਣ ਕੇ ਪਾਪ ਕਰਦਾ ਨਾ, ਇੱਕ ਤੇਰੇ ਤੋਂ ਅਚਾਨਚੱਕ ਹੁੰਦਾ ਹੈ, ਉਹਦੇ ਤੋਂ ਡਰ ਜੀ, ਉਹ ਵੀ ਬੜਾ ਖਤਰਨਾਕ ਹੈ। ਜਿਹੜਾ ਤੂੰ ਅਚਾਨਚੱਕ ਸੁਭਾਵਕ ਪਾਪ ਹੋ ਗਿਆ ਤੇਰੇ ਕੋਲ,
उस पाप तो डर के रवी। बाबा जी ने लिख के लाए सी बोर्ड कि भुच्चो साहिब दी धरती ते पाई है बड़ी करड़ी है, बड़ी महापुरखां दी है, इथों बड़ियां दातां मिलदियां है, पर किते तू भुच्चो साहिब कलंक ना लवा के चला जाए। जेड़े गए बाबा खेम सिंह जी वेले अज तक उन्हां दा ठिकाना ही नहीं। जेड़े भुच्चो साहिब तो दातां पा गए उन्हां दियां चढ़दियां कलां नूं अज तक कोई रोकण वाला नहीं। इन्नी महापुरुषां दी शक्ति ते तप स्थान दा तेज है, उस तेज नूं कोई भी रोकण वाला नहीं। उहदी दिनों दिन चढ़दी कला जाएगी, चढ़दी कला जाएगी। भाई साहब भाई गुरकबाल सिंह जी वर्गे एक साल च एक हाजरी भर के कहंदे सानू साल दियां दातां मिल गईयां। शुद्ध मन नाल चलदे आ, बाबा जी दे चरनां च दसवंध रखदे, मत्था टेकदे, बरसी ते हाजरी भरदे आ। भर के कहंदे सानू एक साल दा खजाना मिल गया बाबा जी तो, हुण साडे साल भर काम चलदे ही रहने आ, रुकने नहीं। भाई संत गुर कृपाल सिंह सी भगत जी गढ़वाली वाले, वो बाबा जी दे भुच्चो स्थान नूं मनदे सी, सब नूं प्रेरदे सी। ये मजीठिया परिवार सारा उन्हां दे संगी ने। बीबी हरसिमरत दे भी सारी किरपा उन्हां दी होई सी, महापुरखां दी, उत्थों दात मिली सी। ते जेड़ा बादल साहब दा सपुत्र भाई सुखवीर सिंह है, ये बाबा माहर नाम सिंह दे भुच्चो स्थान तो किरपा होई सी। इन्हां दी मां इत्थों दी सी, चक्कां दी, ते इन्हां दी नानी बाबा जी को रोज प्रशादा लैके आउंदी सी भुच्चो। ते नाल फिर बच्चे वास्ते बेनती की, अरदास की, ते ये भुच्चो दे स्थान तो दात मिली सी इन्हां नूं। उस समय शायद महापुरख सी बाबा ईश्वर सिंह जी ते बाबा खेम सिंह जी महापुरखां वेले जन्म होया जां पहलों होया। दात इत्थों भुच्चो तो प्राप्त होई ते राज भाग कीते। एडी वड्डी दात है, सिमरो जास बसंबरे के नाम जपता गणत नेके। कहंदे तू एडे वड्डे दरबार दे जिथों सारे वरसाए जाते आ, उथों दातां लाए, उथों सिमरन कर, उथे संकोच कर, उथे अपने आप ते काबू पा, उथे भगती सिमरन आप दा डोल ना कमा के रख। तेरा एवं मत थोड़ी सेव गवाइए, थोड़ी मत नाल सेवा गवा के ना चला जाए। हाँ जी सिमरो, हाँ जी इनू पूरा हो गया। कबीर साहब जिमें लोहा पारसोए चंदन वास निमे काई, कहंदे कबीर जलाहा नीवी जाति दा, कोई उन्होंने नेड़े नहीं लगन देंदा। ऐसे महापुरुष दे चरण मिल गए, ऐसा नाम मिल गया कहंदे जिमें चंदन दे नाल कौड़ी निम भी चंदन बन जाती है। ते लोहा जिहड़ा है वो पारस नाल छो के सोना बन जाता है। अज कबीर भी सोना बन गया ते कबीर भी चंदन बन गया। महापुरखां दे नाम दी दात लैण मिलन दे नाल ते चरण छोहण दे नाल इन्ना कुछ गुरु घर दे विच असीं ना खड़ सकीए ते साडे भाग खोटे आ। पहली गल तां अमृत कुंड किसी नूं मिलदा नहीं, ते जे अमृत कुंड ते पहुँच के अमृत नहीं पीता ते बिख खाधी है ते फिर भाई फिर हाल की होएगा। फिर कहते ने ढूंढे शाह सिकंदर आबे हयात नूं, आबे हयात कहते ने अमृत नूं। वो कहता मैं अमृत लभना कित्थे आ। अमृत लभदा लभदा स्वर्गां विच पहुंच गया। जेड़ा अमृत दा कुंड सी उस थां ते पहुंच गया
ਇੰਦਰ ਦੀ ਡਿਊਟੀ ਹੈ ਵੀ ਜਿਹੜਾ ਇੱਥੇ ਅੰਮ੍ਰਿਤ ਲੈਣ ਆਵੇ ਪਹਿਲਾਂ ਉਹਦੇ ਨਾਲ ਛਲ ਕਰਨੇ ਆ। ਉਹ ਜੇ ਨਿਕਲ ਜੇ ਇਹਨਾਂ ਛਲਾਂ ਵਿੱਚੋਂ ਫਿਰ ਉਹ ਅੰਮ੍ਰਿਤ ਲੈ ਸਕਦਾ। ਉਹਨੂੰ ਪਹਿਲਾਂ ਭੜਕਾਉਣਾ ਹੈ, ਪਹਿਲਾਂ ਭਰਮਾਉਣਾ ਹੈ। ਇਸੇ ਤਰ੍ਹਾਂ ਗੁਰੂ ਘਰ ਦੀਆਂ ਦਾਤਾਂ ਨੇ। ਕੋਈ ਹਜ਼ੂਰ ਸਾਹਿਬ ਆਵੇ, ਕੋਈ ਪੁੱਛੋ ਸਾਹਿਬ ਆਵੇ, ਸਾਰੀਆਂ ਨੂੰ ਆਰਡਰ ਏ ਕਿ ਇਹਨੂੰ ਤੋੜੋ, ਇਹਨੂੰ ਛੜੋ, ਇਹਨੂੰ ਭੜਕਾਓ। ਜੇ ਇਹ ਹੋਏਗਾ, ਨਿਕਲੇਗਾ ਤੇ ਕਲਗੀਧਰ ਪਾਤਸ਼ਾਹ ਤੋਂ ਦਾਤ ਲਹੇਗਾ। ਇਹ ਜਿੰਨੀ ਸੇਵਾ ਹੈ ਆਪਣੀ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਦੀ, ਚਾਹੇ ਆਪਾਂ ਮੰਠੇ 'ਚ ਬਹਿ ਕੇ ਕਰੀਏ, ਚਾਹੇ ਰੰਗਾਬਾਦ ਕਰੀਏ, ਚਾਹੇ ਵਾਸ਼ਮ ਕਰੀਏ, ਚਾਹੇ ਔਂਡੇ ਕਰੀਏ, ਚਾਹੇ ਹਜ਼ੂਰ ਸਾਹਿਬ ਕਰੀਏ, ਸਾਰੀ ਦੀ ਸਾਰੀ ਸੇਵਾ ਕਲਗੀਧਰ ਪਾਤਸ਼ਾਹ ਦੀ ਸੱਚਖੰਡ ਹਜ਼ੂਰ ਸਾਹਿਬ ਦੀ ਏ, ਉੱਥੋਂ ਦੇ ਨਾਲ ਜੁੜੀ ਹੋਈ। ਸਭ ਤੋਂ ਪਹਿਲੋਂ ਫਿਰ ਕਲਯੁਗ ਛਲ ਕਰਦਾ ਹੈ ਕਿ ਇਹ ਕੋਈ ਲੈ ਨਾ ਸਕੇ, ਇਹ ਜੋ ਕਮਾਵੇ ਡੋਲ ਲਵੇ। ਜਦੋਂ ਬੰਦਾ ਇਹਨਾਂ 'ਚੋਂ ਲੰਘੇਗਾ ਤੇ ਫਿਰ ਕਲਗੀਧਰ ਪਾਤਸ਼ਾਹ ਉਹ ਦਾਤ ਦੇਣਗੇ ਜਿਹੜੀਆਂ ਉਹਨਾਂ ਨੇ ਬੰਦੇ ਬਹਾਦਰ ਨੂੰ ਤੀਰ ਫੜਾ ਕੇ ਕਹਿੰਦੇ ਜਾ ਫਤਿਹ ਕਰਦੇ। ਉਹਨੇ ਸਾਰਾ ਪੰਜਾਬ ਹੀ ਫਤਿਹ ਕਰਤਾ। ਇੱਕ ਸਾਧੂ ਨੇ, ਬਰਾਗੀ ਨੇ, ਬਾਬਾ ਆਨੰਦ ਸਿੰਘ ਜੀ ਨੂੰ ਮਹਾਰਾਜ ਨੂੰ ਕਿਹਾ ਜਾਓ ਦੁਨੀਆ ਨੂੰ ਗੁਰੂ ਗ੍ਰੰਥ ਸਾਹਿਬ ਦੀ ਪੂਜਾ ਕਰਾਉਣੀ, ਗੁਰੂ ਗ੍ਰੰਥ ਸਾਹਿਬ ਦੇ ਲੜ ਲਾਉਣਾ ਹੈ ਸੰਸਾਰ ਨੂੰ। ਬਾਬਾ ਜੀ ਕਹਿੰਦੇ ਮੈਂ ਇੱਕ ਮਿਸਤਰੀਆਂ ਦਾ ਮੁੰਡਾ, ਤਖਾਣਾ ਦਾ, ਮੈਂ ਕੀ ਕਰ ਸਕਦਾ। ਪਰ ਕਲਗੀਧਰ ਪਾਤਸ਼ਾਹ ਨੇ ਇੰਨੀ ਕਿਰਪਾ ਕੀਤੀ, ਉੱਥੇ ਤਖਾਣਾ ਦੇ ਮੁੰਡੇ ਦੀ ਗੱਲ ਨਹੀਂ, ਮਿਸਤਰੀਆਂ ਦੇ ਮੁੰਡੇ ਦੀ ਗੱਲ ਨਹੀਂ, ਉਹਦਾ ਬਣ ਗਏ ਧੰਨ ਧੰਨ ਬਾਬਾ ਆਨੰਦ ਸਿੰਘ ਜੀ ਮਹਾਰਾਜ। ਸਾਰੀਆਂ ਕੁੰਟਾਂ ਵਿੱਚ ਦੀਵੇ ਜਗਾ ਦਿੱਤੇ, ਮਰਜ਼ਾਦਾ ਚਲਾਤੀ ਕਥਾ ਕੀਰਤਨ ਦੇ। ਐਡਾ ਪ੍ਰਤਾਪ ਵਧਿਆ, ਆਪਾਂ ਉਸ ਪ੍ਰਤਾਪ ਦੇ ਸਦਕਾ ਬੈਠੇ ਹਾਂ। ਇੱਕ ਮਹਾਂਪੁਰਖ ਦਾਤ ਲੈ ਕੇ ਗਏ ਸੀ। ਇਸ ਥਾਂ ਤੇ ਮਰਜ਼ਾਦਾ ਕਾਇਮ ਰੱਖਣੀ, ਆਪਣੇ ਆਪ ਨੂੰ ਕਾਇਮ ਰੱਖਣਾ ਹੈ। ਗੁਰੂ ਸਾਹਿਬ ਏਡੀਆਂ ਵੱਡੀਆਂ ਦਾਤਾਂ ਦਿੰਦੇ ਆ, ਉਹਨਾਂ ਵੱਲ ਦੇਖੋ। ਕਲਯੁਗ ਦੇ ਛਲ ਵਿੱਚ ਨਹੀਂ ਆ ਜਾਣਾ। ਕਲਯੁਗ ਨੇ ਛਲ ਕੇ ਸਾਡਾ ਰਸਤਾ ਖਰਾਬ ਕਰਨਾ ਹੈ। ਅੰਮ੍ਰਿਤ ਨੂੰ ਜਦੋਂ ਪੀਣ ਲੱਗਾ, ਅਪਸ਼ਰਾ ਇੱਲ ਬਣ ਕੇ ਆ ਗਈ, ਪਾਕ ਪਈ ਹੋਈ, ਵਗੀ ਜਾਏ। ਕਹਿੰਦੀ ਉਹ ਸਿਕੰਦਰਾ ਰੁਕ ਜਾ, ਤੂੰ ਬੜਾ ਦੇਸ਼ ਦਾ ਧਰਮੀ ਰਾਜਾ ਹੈ, ਤੇਰੇ ਵਰਗਾ ਲੱਭਣਾ ਔਖਾ ਹੀ। ਮੇਰਾ ਹਾਲ ਵੇਖ ਲਾ, ਮੈਂ ਇਹਨੂੰ ਪੀ ਲਿਆ ਅੰਮ੍ਰਿਤ ਸਮਝ ਕੇ, ਮੇਰਾ ਸਰੀਰ ਜ਼ਹਿਰ ਭਰ ਗਈ, ਫੁੱਟ ਗਿਆ ਸਰੀਰ। ਦੇਖ ਮੇਰੇ ਅੰਦਰ ਪਾਕ ਪਈ ਹੋਈ, ਮੇਰਾ ਹਾਲ ਦੇਖ। ਸਿਕੰਦਰਾ ਤੂੰ ਬੜਾ ਚੰਗਾ ਰਾਜਾ ਹੈ, ਮੈਂ ਤੇਰੇ ਵਾਸਤੇ, ਤੈਨੂੰ ਦੱਸਣ ਵਾਸਤੇ ਆਈ ਹਾਂ ਕਿ ਮੇਰਾ ਹਾਲ ਬੜਾ ਬੁਰਾ ਹੋਇਆ, ਮੈਨੂੰ ਅੰਮ੍ਰਿਤ ਸਮਝ ਲਿਆ ਸੀ। ਤੇ ਬਾਦ ਸਿਕੰਦਰ ਨੇ ਅੰਮ੍ਰਿਤ ਭਰਿਆ ਸੀ ਬੁੱਕ, ਐਂ ਪਲਟਤਾ, ਚਲਾ ਗਿਆ, ਛਲ ਹੋ ਗਿਆ। ਕਹਿੰਦੇ ਢੂੰਡੇ ਸ਼ਾਹ ਸਿਕੰਦਰ ਆਬੇ ਹਯਾਤ ਨੂੰ, ਫਿਰਦਾ ਨਦੀ ਪਹਾੜ ਦਿਨ ਤੇ ਰਾਤ ਨੂੰ। ਬੜੀਆਂ ਥਾਵਾਂ ਤੇ ਫਿਰਿਆ, ਦਿਨੇ ਰਾਤ ਵੀ ਅੰਮ੍ਰਿਤ ਲੱਭਣਾ ਹੈ। ਸਵਰਗਾਂ ਵਿੱਚ ਪਹੁੰਚ ਗਿਆ, ਫਿਰ ਵੀ ਨਾ ਪੀਤਾ ਪਿਆਲਾ ਆਪਣੇ ਦਸਤ ਭਰ। ਹੁਣ ਕੌਣ ਸਾਹਿਬ ਨੂੰ ਕਹੇ ਇੰਜ ਨਹੀਂ ਇੰਜ ਕਰ, ਰੱਬ ਨੂੰ ਕੌਣ ਆਖੇ। ਕਹਿੰਦੇ ਜਾ ਕੇ ਪਹੁੰਚ ਕੇ ਬੁੱਕ ਭਰ ਕੇ ਵੀ ਨਾ ਪੀ ਸਕਿਆ, ਗੁਰੂ ਘਰ ਆ ਕੇ ਸੇਵਾ ਕਰਕੇ ਵੀ ਜੇ ਫਲ ਨਹੀਂ ਲੈ ਸਕਿਆ, ਤੇ ਫਿਰ ਕੌਣ ਸਾਹਿਬ ਨੂੰ ਕਹੇ ਇੰਜ ਨਹੀਂ ਇੰਜ ਕਰ। ਵਜੀਦਾ ਕੌਣ ਸਾਹਿਬ ਨੂੰ ਆਖੇ ਇੰਜ ਨਹੀਂ ਇੰਜ ਕਰ। ਇਹ ਥਾਂ ਦੀ ਪਰਖ ਕਰਨੀ ਹੈ ਕਿ ਅਸੀਂ ਆਏ ਕਿੱਥੇ ਹਾਂ, ਅਸੀਂ ਕਰਨਾ ਕੀ ਹੈ। ਪ੍ਰਦੇਸ਼ ਵਿੱਚ ਇੱਕ ਬੰਦਾ ਜਾਂਦਾ ਹੈ, ਮਾਂ ਬਾਪ ਜ਼ਮੀਨ ਵੇਚ ਕੇ, ਕਰਜ਼ਾ ਚੱਕ ਕੇ, ਪੁੱਤ ਨੂੰ ਧੀ ਨੂੰ ਬਾਹਰ ਭੇਜ ਦਿਆ ਵੀ ਹੁਣ ਮੇਰਾ ਪੁੱਤ ਧੀ ਪੜ੍ਹੇਗਾ, ਬੜਾ ਧਨ ਕਮਾ ਕੇ ਲਿਆਏਗਾ। ਉੱਥੇ ਜਾ ਕੇ ਉਹ ਥੁੜਕ ਜਾਂਦਾ ਹੈ, ਗਲਤ ਕੰਮ ਕਰਨ ਲੱਗ ਜਾਂਦਾ ਹੈ, ਭੁੱਲ ਜਾਂਦਾ ਮੈਂ ਪੜ੍ਹਾਈ ਕਰਨ ਆਇਆ ਸੀ, ਮੈਂ ਇੱਥੇ ਕਮਾਈ ਕਰਨ ਆਇਆ ਸੀ। ਉਹ ਪੈਸੇ ਗਵਾ ਕੇ ਫਿਰ ਮਾਂ ਪਿਓ ਨੂੰ ਕਹਿੰਦਾ ਵੀ ਮੇਰੇ ਕੋਲ ਕੋਈ ਨਹੀਂ, ਭੇਜੋ ਖਾਣ ਨੂੰ, ਮੈਂ ਵਾਪਸ ਆਉਣਾ ਹੈ।
ਸਾਰੇ ਘਰ ਵਿੱਚ ਰੋਣੇ ਪੈ ਜਾਂਦੇ ਆ। ਉਹ ਵੀ ਜ਼ਿੰਦਗੀ ਭਰ ਰੋਂਦਾ ਹੈ, ਉਹ ਵੀ ਜ਼ਿੰਦਗੀ ਭਰ ਰੋਂਦਾ ਹੈ, ਘਰਦਿਆਂ ਨੂੰ ਵੀ ਉਜਾੜਦਾ ਹੈ। ਪਛਾਣ ਨਹੀਂ ਸਾਨੂੰ ਅਸੀਂ ਆਏ ਕਿੱਥੇ ਆ, ਕਰਨਾ ਕੀ ਹੈ, ਕਿਸ ਲਈ ਆਏ ਹਾਂ। ਅਸੀਂ ਬਰਬਾਦੀ ਕਰਨ ਨਹੀਂ ਆਏ, ਅਸੀਂ ਪੁੰਨ ਕਮਾਉਣ ਵਾਸਤੇ। ਪਰਦੇਸ ਵਿੱਚ ਭੜਕ ਗਿਆ, ਮਾਂ ਬਾਪ ਦਾ ਕੀਤਾ ਹੋਇਆ ਸਾਰਾ ਗਵਾਲਿਆ, ਆਪ ਵੀ ਦੁਖੀ ਹੋਇਆ, ਮਾਂ ਬਾਪ ਵੀ ਰੋਂਦੇ ਰਹੇ, ਸਾਡੀ ਜ਼ਮੀਨ ਵੀ ਗਈ, ਸਾਡਾ ਪੁੱਤ ਵੀ ਨਾ ਕੁਝ ਕਮਾ ਕੇ ਲਿਆਇਆ, ਤਾਹਾਂ ਮਾਰਦੇ ਨੇ। ਇਸ ਕਰਕੇ ਸਤਿਗੁਰੂ ਕਹਿੰਦੇ ਨੇ ਭਾਈ ਵਕਤ ਨੂੰ ਪਛਾਣ, ਵਕਤ ਵਿਚਾਰੇ ਸੋ ਬੰਦਾ ਹੋਏ। ਜੇ ਤੂੰ ਵਕਤ ਨਹੀਂ ਪਛਾਣਦਾ ਤੂੰ ਬੰਦਾ ਕਾਹਦਾ ਹੈ। ਸਾਰੀ ਦੁਨੀਆ ਜਿੱਥੇ ਮਰਜ਼ੀ ਤੁਰੀ ਫਿਰੇ, ਪਰ ਤੈਨੂੰ ਗੁਰੂ ਘਰ ਦੀ ਸ਼ਰਮ ਚਾਹੀਦੀ। ਗੁਰੂ ਘਰ ਰਹਿਣ ਵਾਲਿਆ, ਗੁਰੂ ਘਰ ਆਉਣ ਵਾਲਿਆ, ਤੈਨੂੰ ਗੁਰੂ ਘਰ ਦੀ ਸ਼ਰਮ ਚਾਹੀਦੀ ਹੈ। ਗੁਰੂ ਘਰ ਸੇਵਾ ਕਰਨ ਵਾਲਿਆ, ਤੈਨੂੰ ਗੁਰੂ ਘਰ ਦੀ ਸ਼ਰਮ ਚਾਹੀਦੀ। ਦੁਨੀਆ ਦੇ ਉਜੜੇ ਹੋਏ, ਬਰਬਾਦ ਹੋਏ ਗੁਰੂ ਦੇ ਚਰਨਾਂ 'ਚ ਵਸ ਜਾਂਦੇ ਆਣ ਕੇ। ਦੁਨੀਆ ਦੇ ਭਿਖਾਰੀ ਗੁਰੂ ਘਰੋਂ ਝੋਲੀਆਂ ਭਰ ਕੇ ਜਾਂਦੇ ਆ। ਸ਼ੁੱਧ ਤੇ ਸੱਚੇ ਮਨ ਦੇ ਨਾਲ ਗੁਰੂ ਨਾਨਕ ਦੇ ਘਰ ਦੀ ਸੇਵਾ ਕਰਕੇ ਤੂੰ ਕੁੱਲਾਂ ਤਾਰ ਲਾ, ਝੋਲੀਆਂ ਭਰ ਲਾ, ਖਜ਼ਾਨੇ ਭਰ ਲਾ, ਲੁੱਟ ਲਾ ਗੁਰੂ ਨਾਨਕ ਦੇ ਘਰ ਨੂੰ। ਜੇ ਤੂੰ ਲੁੱਟ ਸਕਦਾ ਹੈ, ਜੇ ਸਮਾਂ ਮਿਲਿਆ ਹੈ। ਬਾਬਾ ਕਬੀਰ ਜੀ ਫਿਰ ਐਸੇ ਰਾਮ ਰਾਮ ਤੇ ਜਪੇ, ਸਾਰੇ ਇਹਨਾਂ ਦੇ ਹੋ ਗਏ ਦੁਖੀ। ਉਹਨਾਂ ਨੇ ਬਾਦਸ਼ਾਹ ਨੂੰ ਫਰਿਆਦ ਕੀਤੀ। ਬਾਦਸ਼ਾਹ ਕਹਿੰਦਾ ਮੈਂ ਆਵਾਂਗਾ, ਕਬੀਰ ਨੂੰ ਖਤਮ ਕਰ ਦਿਆਂਗੇ। ਮੁਸਲਮਾਨ ਵੀ ਦੁਖੀ ਨੇ, ਹਿੰਦੂ ਵੀ ਦੁਖੀ ਨੇ, ਇਹਨੇ ਨਵੇਂ ਧਰਮ ਜੇ ਕਿੱਥੋਂ ਸ਼ੁਰੂ ਕਰ ਲਏ। ਇਹ ਕਿਹੜਾ ਕਬੀਰ ਐਸਾ ਆਇਆ ਹੈ, ਇਹ ਕਿਹੜੀ ਤਾਕਤ ਹੈ। ਕਬੀਰ ਸਾਹਿਬ ਨੂੰ ਕਹਿੰਦਾ ਵੀ ਇਹਨੂੰ ਪਾਓ ਸੰਗਲ ਤੇ ਇਹਨੂੰ ਰੱਖ ਲਓ ਬੇੜੀ ਵਿੱਚ, ਤੇ ਇਸ ਕਬੀਰ ਨੂੰ ਡੂੰਘੇ ਪਾਣੀ 'ਚ ਜਾ ਕੇ ਡੋਬਾਓ। ਹੁਣ ਬੇੜੀ ਤਿਆਰ ਕੀਤੀ ਗਈ। ਕਹੇ ਕਬੀਰ ਕੋਈ ਸੰਗ ਨਾ ਸਾਥ। ਕਹਿੰਦੇ ਕਬੀਰ ਸਾਹਿਬ ਕਹਿੰਦੇ ਨੇ ਉਸ ਸਮੇਂ, ਪਹਿਲੋਂ ਮੁੜ ਤੋਂ ਪੜ੍ਹਨਾ ਹੈ। ਗੰਗਾ ਦੇ ਵਿੱਚ ਪੂਰਾ ਪਾਣੀ, ਕਬੀਰ ਦੀਆਂ ਹੱਥ ਪੈਰ ਬੰਨ੍ਹ ਕੇ ਬੇੜੀ 'ਚ ਰੱਖ ਕੇ ਉਹਨੂੰ। ਗੰਗ ਗੁਸਾਇਨ ਗਹਿਰ ਗੰਭੀਰ, ਜੰਜੀਰ ਬਾਂਧ ਕਰ ਖਰੇ ਕਬੀਰ। ਕਹਿੰਦੇ ਜੰਜੀਰ ਸੰਗਲੀਆਂ ਬਣ ਕੇ, ਬੜੀ ਗੰਗਾ ਬੜੀ ਜ਼ੋਰ ਦੀ ਵਗ ਰਹੀ ਹੈ, ਬੜਾ ਪਾਣੀ ਤੇਜ਼ ਹੈ, ਬੜਾ ਡੂੰਘਾ ਹੈ। ਕਬੀਰ ਸਾਹਿਬ ਨੂੰ ਕਹਿੰਦੇ ਉਸ ਸਮੇਂ ਸੰਗਲ ਲਾ ਕੇ, ਜੰਜੀਰਾਂ ਬਣ ਕੇ ਕਬੀਰ ਨੂੰ ਲੈ ਕੇ ਚੱਲਿਆ ਡੋਬਣ ਵਾਸਤੇ। ਮਨ ਨਾ ਡਿਗੇ ਤਨ ਕਾਹੇ ਕੋ ਡਰਾਏ, ਚਰਨ ਕਮਲ ਚਿਤ ਰਹਿਓ ਸਮਾਏ। ਮਨ ਅੰਦਰ ਭਰੋਸਾ ਕਿ ਮੈਂ ਰਾਮ ਰਾਮ ਜਪਦਾ, ਮੈਂ ਨਾਮ ਜਪਦਾ, ਮੇਰਾ ਗੁਰੂ ਏ, ਮੇਰੀ ਰੱਖਿਆ ਹੋਏਗੀ। ਤਨ ਨੂੰ ਕਿਉਂ ਡਰਾਉਣਾ ਹੈ। ਮਨ ਜਦੋਂ ਥੇਰੇ। ਗੰਗਾ ਕੀ ਲਹਿਰ ਮੇਰੀ ਟੁੱਟੀ ਜ਼ੰਜੀਰ। ਕਹਿੰਦੇ ਜਦੋਂ ਗੰਗਾ ਵਿੱਚ ਸੁੱਟਿਆ ਤੇ ਕਹਿੰਦੇ ਮਨ ਨਹੀਂ ਡੁਲਾਇਆ ਕਬੀਰ ਨੇ। ਹੁਣ ਤਨ ਕਿਵੇਂ ਡੋਲੇਗਾ ਜਦੋਂ ਮਨ ਤਗੜਾ ਹੈ। ਮਨ ਤਗੜਾ ਤੁਹਾਡਾ ਤੇ ਤਨ ਤੁਹਾਡਾ ਆਪੇ ਠੀਕ ਰਹੇਗਾ। ਜੇ ਮਨ ਕਮਜ਼ੋਰ ਹੈ ਫਿਰ ਤਨ ਕੀ ਕਰੇਗਾ। ਤਨ ਦੀਆਂ ਗੱਲਾਂ ਕੀ ਕਰਨਗੀਆਂ। ਤੁਹਾਡਾ ਮਨ ਅੰਦਰੋਂ ਕਮਜ਼ੋਰ ਹੈ, ਭਰੋਸਾ ਨਹੀਂ ਮਨ ਦੇ ਅੰਦਰ, ਵਿਸ਼ਵਾਸ ਨਹੀਂ, ਯਕੀਨ ਨਹੀਂ। ਮਨ ਕਾਇਮ ਹੈ ਤੇ ਤੁਹਾਡਾ ਸਰੀਰ ਸਾਰਾ ਕੁਝ ਕਾਇਮ ਹੈ। ਕਹਿੰਦੇ ਨੇ ਗੰਗਾ ਕੀ ਲਹਿਰ ਮੇਰੀ ਟੁੱਟੀ ਜੰਜੀਰ। ਜਦੋਂ ਸਿੱਟਿਆ ਕਬੀਰ ਨੂੰ ਉਹਦੀਆਂ ਜੰਜੀਰਾਂ ਹੀ ਰੱਬ ਨੇ ਤੋੜਤੀਆਂ। ਜੰਜੀਰਾਂ ਤੋੜ ਕੇ ਕਬੀਰ ਵਿੱਚ ਡੁੱਬਿਆ ਨਹੀਂ। ਫਿਰ ਕੀ ਹੋਇਆ ਹੈ। ਮ੍ਰਿਗ ਛਾਲਾ ਪਰ ਬੈਠੇ ਕਬੀਰ। ਜਿਵੇਂ ਮਿਰਗਸ਼ਾਲਾ ਦੇ ਬਹਿ ਕੇ ਨਾਮ ਜਪਦੇ ਸੀ ਨਾ, ਪਰਮੇਸ਼ਰ ਨੇ ਇੱਕ ਮਿਰਗਸ਼ਾਲਾ ਵਿਛਾਤੀ, ਉਹਨਾਂ ਦੇ ਉੱਤੇ ਕਬੀਰ ਚੌਂਕੜਾ ਮਾਰ ਕੇ ਬੈਠ ਗਿਆ। ਜਿਹੜੇ ਆਦਮੀ ਕਬੀਰ ਨੂੰ ਡੋਬਣ ਆਏ ਸੀ, ਸਿੱਟਣ ਆਏ ਸੀ ਵਿੱਚ, ਜਿਨ੍ਹਾਂ ਨੇ ਸਿੱਟਿਆ ਸੀ, ਕਬੀਰ ਨੂੰ ਵਿੱਚ ਸਿੱਟਤਾ ਤੇ ਉਹਨਾਂ ਦੀ ਬੇੜੀ ਪੁੱਠੀ ਹੋ ਕੇ ਉਹ ਡੁੱਬ ਗਈ। ਕਬੀਰ ਜਿਹੜਾ ਸੀ ਉਹ ਮਿਰਗਸ਼ਾਲਾ ਤੇ ਬੈਠਾ ਹੋਇਆ।
ਕਹੈ ਕਬੀਰ ਕੋ ਸੰਗ ਨਾ ਸਾ। ਕਬੀਰ ਕਹਿੰਦਾ ਮੇਰੇ ਕੋਈ ਸੰਗੀ ਸਾਥੀ ਨਹੀਂ, ਅੱਜ ਮੈਂ ਕੱਲਾ। ਬਾਦਸ਼ਾਹ ਕਰੋਪੇ, ਮੈਨੂੰ ਮਾਰਨ ਵਾਸਤੇ ਬਾਦਸ਼ਾਹ ਆਇਆ ਹੈ, ਸਾਰੇ ਪੰਡਤ ਕਾਜੀ ਸਾਰੇ ਆਏ ਨੇ, ਮੇਰਾ ਕੋਈ ਵੀ ਸੰਗ ਸਾਥ ਨਹੀਂ। ਹੁਣ ਮੇਰੀ ਰੱਖਿਆ ਅੱਗੇ। ਜਲ ਥਲ ਰਾਖਨ ਹੈ ਰਘੁਨਾਥ। ਇੱਕੋ ਰਾਮ, ਰਘੁਨਾਥ ਰਾਮ ਜੀ ਨੂੰ ਕਿਹਾ ਹੈ, ਕਹਿੰਦੇ ਜਲ ਦੇ ਵਿੱਚ ਤੇ ਥਲ ਦੇ ਵਿੱਚ ਰੱਖਣ ਵਾਲਾ ਇੱਕੋ ਰਾਮ ਹੀ ਹੈ, ਹੋਰ ਕੋਈ ਨਹੀਂ ਦੂਸਰਾ। ਜਲ ਥਲ ਰਾਖਣ ਹੈ ਰਘੁਨਾਥ ਭਾਈ। ਸਾਰੀਆਂ ਸੰਗਤਾਂ ਪਾਠ ਸ਼ੁਰੂ ਕਰੋ ਤੇ ਫਿਰ ਆਪਾਂ ਸਮਾਪਤੀ ਕਰਕੇ ਤੋਂ ਚੱਲਣਾ ਹੈ। ਆਸਰੀਵਾਰ ਦਾ ਲਾ ਕੇ ਕੀਰਤਨ ਹੁਣ ਹੁਕਮਨਾਮਾ ਸਵੇਰੇ ਹੀ ਹੋਏਗਾ ਇਕੱਠਾ ਹੀ। ਸਾਰੀ ਸੰਗਤ ਪਾਠ ਸ਼ੁਰੂ ਕਰ ਲਓ, ਪਰਦਾ ਕਰ ਦਿਓ ਗੁਰੂ ਸਾਹਿਬ ਨੂੰ, ਤੇ ਕੀਰਤਨ ਵਾਲੇ ਆਪਦੇ ਇਸ਼ਨਾਨ ਪਾਣੀ ਕਰਨ। ਸੰਗਤਾਂ ਬੀਬੀਆਂ ਜਿਨ੍ਹਾਂ ਗੁਰਮੁਖ ਪੁਲਿਸ ਵਾਲੇ ਤੇ ਬੀਬੀਆਂ ਨੇ, ਸਾਰੇ ਸੇਵਾਦਾਰਾਂ ਨੇ ਪਾਠ ਕਰਨਾ। ਕੀਰਤਨ ਵਾਲੇ ਕੀਰਤਨ ਆਣ ਕੇ ਸ਼ੁਰੂ ਕਰਨਗੇ ਤੇ ਬੀਬੀਆਂ ਤੇ ਗੁਰਮੁਖ ਪਿਆਰੇ ਸਾਰੇ ਸੁਖਮਨੀ ਸਾਹਿਬ ਦਾ ਪਾਠ ਕਰਨਾ ਹੈ। ਧੰਨ ਗੁਰੂ ਨਾਨਕ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ।